ਬੇਨਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਨ ਰਸ ਅੰਤਰ ਪਾਏ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਨ ਰਸ ਅੰਤਰ ਪਾਏ। ਗਰਵ ਨਿਵਾਰ ਗਗਨਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਨ ਹਰ ਸਰਨਾ, ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 153 ਉੱਪਰ ਆਖਰੀ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਇਹ ਸ਼ਬਦ ਦੇ ਰਾਹੀਂ ਕੀ ਬਖਸ਼ਿਸ਼ ਕਰਦੇ ਆ, ਉਥਾਨਕਾ ਮੁਤਾਬਕ ਦੱਸਦੇ ਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਬਿਰਾਜਮਾਨ ਹੈ ਔਰ ਸਤਿਗੁਰਾਂ ਦੀ ਫੁਲਵਾੜੀ ਸਿੱਖ ਸੰਗਤਾਂ ਸਤਿਗੁਰਾਂ ਦੇ ਹਜ਼ੂਰੀ ਵਿੱਚ ਬੈਠੀਆਂ ਔਰ ਗੁਰਸਿੱਖਾਂ ਦੇ ਚਿਹਰੇ ਬੜੇ ਖੁਸ਼ੀ ਦੇ ਨਾਲ ਖਿੜੇ ਹੋਏ ਆ ਔਰ ਗੁਰੂ ਪਿਆਰਿਓ ਵਿਚਾਰਾਂ ਚੱਲ ਪਈਆਂ ਮਰਨ ਦੀਆਂ। ਗੁਰਾਂ ਦੇ ਪਰਮ ਉਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਜੀਵਨ ਆਨੰਦ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਕਈ ਵਾਰੀ ਵਿਆਹ ਧਰਿਆ ਹੋਵੇ ਤੇ ਕੋਈ ਮਰਨ ਦੀਆਂ ਗੱਲਾਂ ਕਰਦੇ ਤੇ ਪੁਰਾਣੇ ਬਜ਼ੁਰਗ ਟੋਕ ਨਾ ਭਾਈ ਤੂੰ ਇਹ ਗੱਲ ਕਿਉਂ ਕਰਦਾ ਹੁਣ ਹੈ, ਖੁਸ਼ੀਆਂ ਦੇ ਦੇਣਾ ਕਹੋ ਸਤਨਾਮ ਸੀ। ਹਾਂ ਤੂੰ ਆਹ ਗੱਲ ਕਿਉਂ ਕੀਤੀ ਹੈ, ਦੱਸ ਵਿਆਹ ਦਾ ਦਿਨ ਰੱਖੇ ਹੋਏ ਆ ਤੂੰ ਮਰਨ ਦੀਆਂ ਗੱਲਾਂ ਕਰੀ ਜਾਂਦਾ। ਇਹ ਮਰਨਾ ਤੇ ਜਿਉਣਾ, ਸੁੱਖ ਦੁੱਖ ਖੁਸ਼ੀ ਗਮੀ ਇਹ ਸਭ ਇਕੱਠੇ ਹੀ ਚੱਲਦੇ ਆ। ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਪਾਰ। ਜੋ ਮਨਮੁਖ ਬੰਦਾ ਹੈ ਉਹ ਮਰਨ ਤੋਂ ਬੜਾ ਡਰਦਾ ਹੈ, ਮੌਤ ਤੋਂ ਬੜਾ ਡਰਦਾ ਹੈ। ਪਰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਸਾਨੂੰ ਮੌਤ ਦਾ ਰਹੱਸ ਵੀ ਸਮਝਾ ਦਿੱਤਾ ਵੀ ਮੌਤ ਕੀ ਆ। ਇਹੋ ਹੀ ਕਾਰਨ ਹੈ ਕਿ ਛੇਵੇਂ ਸਤਿਗੁਰਾਂ ਨੇ 4 ਜੰਗ ਲੜੇ ਤੇ 10ਵੇਂ ਪਾਤਸ਼ਾਹ ਜੀ ਨੇ 14 ਜੰਗ ਲੜੇ ਔਰ 3 ਛੋਟੇ 14 ਵੱਡੇ ਟੋਟਲ 17 ਜੰਗ ਸਤਿਗੁਰਾਂ ਨੇ ਕੀਤੇ ਔਰ ਸਾਰੇ ਹੀ ਜੰਗ ਸਤਿਗੁਰਾਂ ਨੇ ਸਿੰਘਾਂ ਨੇ ਸਤਿਗੁਰਾਂ ਨੇ ਜਿੱਤੇ। ਉਹਦਾ ਕਾਰਨ ਇਹੋ ਸੀਗਾ ਵੀ ਸਿੰਘਾਂ ਨੂੰ ਮੌਤ ਦੀ ਜਾਣਕਾਰੀ ਹੋ ਗਈ ਵੀ ਮੌਤ ਕੁਛ ਵੀ ਨਹੀਂ ਹੈ। ਐਵੇਂ ਲੋਕ ਡਰੀ ਜਾਂਦੇ ਆ, ਹਊਆ ਬਣਾਇਆ ਹੋਇਆ। ਗੁਰੂ ਕੀਆਂ ਫੌਜਾਂ ਹੁਣ ਮੌਤ ਹੀ ਵੱਡਾ ਡਰ ਸੀਗਾ ਵੀ ਮਰ ਨਾ ਜਾਈਏ ਕਿਤੇ ਦੁਸ਼ਮਣ ਮੇਰੇ ਨਾ ਮਾਰ ਦੇਵੇ, ਮੈਂ ਬਚ ਕੇ ਚਲਾਵਾਂ ਤਲਵਾਰ। ਤੇ ਜਿਹੜਾ ਬਚ ਕੇ ਚਲਾਉਂਦਾ ਉਹ ਫਿਰ ਤਲਵਾਰ ਪੂਰੀ ਨਹੀਂ ਮਾਰ ਸਕਦਾ ਗਾ। ਤੇ ਗੁਰੂ ਕੇ ਸਿੰਘ ਫਿਰ ਜਦੋਂ ਵੇਖਦੇ ਆ ਫਿਰ ਨਾ ਤਾਂ ਅੱਗੇ ਫੌਜਾਂ ਦੀ ਗਿਣਤੀ ਵੇਖਦੇ ਆ ਤੇ ਨਾ ਗੁਰੂ ਪਿਆਰਿਓ ਸਿੰਘ ਜਿਹੜੇ ਹਨ ਉਹ ਹੌਲੀ ਤਲਵਾਰ ਚਲਾਉਂਦੇ ਆ। ਇਹੀ ਕਾਰਨ ਹੈ ਕਿ ਗੁਰੂ ਕੀਆਂ ਫੌਜਾਂ ਜਿੱਤ ਜਾਂਦੀਆਂ ਤੇ ਸਰਕਾਰੀ ਫੌਜਾਂ ਆਪਣੀ ਜਾਨ ਵੀ ਬਚਾਉਣਾ ਚਾਹੁੰਦੀਆਂ ਤੇ ਜੰਗ ਵੀ ਜਿੱਤਣਾ ਚਾਹੁੰਦੀਆਂ। ਦੋ ਕੰਮ ਨਹੀਂ ਹੋ ਸਕਦੇ। ਕੋ ਸਤਨਾਮ ਸੀ ਇੱਥੇ ਤਲੀ ਤੇ ਰੱਖ ਕੇ ਆਉਣੀ ਪੈਣੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹ ਵਿਚਾਰਾਂ ਜਦੋਂ ਚੱਲੀਆਂ ਤੇ ਸਿੰਘ ਕਹਿਣ ਲੱਗੇ ਮਹਾਰਾਜ ਮਰਨ ਕੀ ਹੈ, ਸਾਨੂੰ ਮਰਨ ਦੇ ਬਾਰੇ ਦੱਸਣਾ ਕਰੋ। ਇਹ ਮੌਤ ਕੀ ਚੀਜ਼ ਹੈ। ਸਿੰਘ ਜਿਹੜੇ ਹਨ ਮੌਤ ਨੂੰ ਮਖੌਲਾਂ ਕਰਦੇ
ਮਨਮੁਖ ਜਿਹੜਾ ਉਹ ਮੌਤ ਤੋਂ ਡਰ ਕੇ ਬਚਣ ਦੀ ਕੋਸ਼ਿਸ਼ ਕਰਦਾ, ਪਰ ਮਰਨਾ ਇੱਕ ਦਿਨ ਜ਼ਰੂਰ ਹੈ। ਮੌਤ ਤੋਂ ਕੋਈ ਬਚਿਆ ਨਹੀਂ, ਮਰਨਾ ਸੱਚ ਤੇ ਜਿਉਣਾ ਝੂਠ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੀਆਂ ਸਿੱਖ ਸੰਗਤਾਂ, ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਮਰਨ ਦੇ ਬਾਰੇ, ਵੀ ਇਹ ਮਰਨਾ ਕੀ ਚੀਜ਼ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਇਹ ਸ਼ਬਦ ਉਚਾਰਨ ਕਰਦੇ ਆ, ਕਹਿੰਦੇ ਸਿੱਖੋ ਮਰਨ ਦੀ ਡੈਫੀਨੇਸ਼ਨ, ਮਰਨ ਦੀ ਜਾਣਕਾਰੀ ਤਾਂ ਗੁਰੂ ਹੀ ਦੇ ਸਕਦਾ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਤੇ ਜਿਹਨੂੰ ਮਰਨ ਦੀ ਸਮਝ ਆ ਗਈ ਵੀ ਮੌਤ ਕੀ ਚੀਜ਼ ਹੈ, ਉਹਨੂੰ ਜ਼ਿੰਦਗੀ ਵਿੱਚ ਵੀ ਸਵਾਦ ਆਊਗਾ, ਰਸ ਆਊਗਾ, ਤੇ ਮੌਤ ਵੇਲੇ ਵੀ ਉਹ ਰਸ ਵਿੱਚ ਹੋਵੇਗਾ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਣੇ ਸਿੰਘ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਇੰਨੇ ਸ਼ਹੀਦ ਸਾਡੇ ਹੋਏ ਆ, ਮੈਂ ਗਿਣਤੀ ਨਹੀਂ ਕਰ ਸਕਦਾ। ਪਰ ਉਹਨਾਂ ਨੇ ਮੌਤ ਵੇਲੇ ਡਰਨਾ ਨਹੀਂ ਕੀਤਾ। ਉਹਨਾਂ ਦੇ ਅੰਦਰ ਕੋਈ ਹੌਲ ਨਹੀਂ ਪਿਆ ਮੌਤ ਨੂੰ ਲੈ ਕੇ। ਉਸੇ ਤਰ੍ਹਾਂ ਖਿੜੇ ਮੱਥੇ ਮੌਤ ਨੂੰ ਪ੍ਰਵਾਨ ਕੀਤਾ ਵੀ ਆਉਣ ਦਿਓ, ਕੋਈ ਗੱਲ ਨਹੀਂ। ਇਹ ਮੌਤ ਤਾਂ ਇੱਕ ਪੜਾਅ ਤੋਂ ਦੂਜੇ ਪੜਾਅ ਵੱਲ ਚੱਲਣਾ ਹੈ। ਅਸਲ ਦੇ ਵਿੱਚ ਗੁਰੂ ਹੀ ਇਹ ਮਰਨਾ ਦਿਖਾਉਂਦਾ, ਮਰਨਾ ਸਿਖਾਉਂਦਾ ਵੀ ਹੈ। ਇਸ ਵਿਸ਼ੇ 'ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬਹੁਰ ਨ ਮਰਨਾ ਹੋਏ, ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ। ਤੇ ਵਧੀਆ ਮਰਨਾ ਕਿਹੜਾ ਹੈ? ਜੇਕਰ ਸਹਿ ਮਨੁ ਨਾ ਵਿਸਰੈ ਤੇ ਸਹਿਲਾ ਮਰਨਾ ਹੋਏ, ਫਿਰ ਉਹ ਵਧੀਆ ਮਰਨਾ ਹੈ ਜੇ ਕਿਤੇ ਮਾਲਕ ਦੀ ਯਾਦ ਵਿੱਚ ਹੀ ਮਰਿਆ ਜਾਵੇ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਇਹ ਸਤਿਗੁਰੂ ਹੀ ਮਰਨਾ ਸਿਖਾਉਂਦਾ ਹੈ, ਤੇ ਮੌਤ ਦੀ ਦਿਖਾ ਵੀ ਦਿੰਦਾ ਵੀ ਆਹ ਮੌਤ ਆ, ਆਹ ਦੇਖ ਲਾ ਆਹ ਮੌਤ ਹੈ। ਔਰ ਬ੍ਰਹਮ ਗਿਆਨੀਆਂ ਨੇ ਮੌਤ ਨੂੰ ਜਿਉਂਦੇ ਜੀ ਦੇਖ ਲਿਆ ਵੀ ਮੈਂ ਉਹ ਬੈਠਾ ਤੇ ਆਹ ਮੇਰੀ ਬਾਡੀ ਪਈ ਆ। ਪਾਸੇ ਖੜ ਕੇ ਦੇਖਿਆ ਕੌਤਕ ਮੌਤ ਦਾ। ਉਹ ਪਹਿਲਾਂ ਹੀ ਸਰੀਰ ਨੂੰ ਤਿਆਗ ਕੇ ਪਰੇ ਹੋ ਗਏ। ਜਮ ਹੋਰੀ ਲੱਭਦੇ ਰਹੇ ਵੀ ਕਿੱਧਰ ਗਿਆ, ਕੋਈ ਸਤਨਾਮ ਸੀ। ਕਾਲ ਹੋਰੀ ਲੱਭਦੇ ਰਹੇ ਵੀ ਜਿਹਨੂੰ ਅਸੀਂ ਲੈਣਾ ਸੀ ਉਹ ਤਾਂ ਹੈ ਹੀ ਨਹੀਂ ਵਿੱਚ, ਪਹਿਲੇ ਨਿਕਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਤੇ ਪ੍ਰਤੱਖ ਦੇ ਵਿੱਚ ਵੀ ਮਾਰ ਕੇ ਜਿਉਂਦੇ ਕਰਕੇ ਵਿਖਾਏ। ਧੰਨ ਗੁਰੂ ਨਾਨਕ ਪਾਤਸ਼ਾਹ ਦਸੇ ਹੀ ਗੁਰੂ ਸਾਨੂੰ ਜਿਉਂਦਿਆਂ ਨੂੰ ਮਰਨਾ ਸਿਖਾਉਂਦੇ ਆ। ਮਰਨਾ ਹੈ, ਪਰ ਉਹ ਵੱਡੀ ਮੌਤ ਜਿਹੜੀ ਆਉਣੀ ਆ ਅਖੀਰ ਇੱਕ ਦਿਨ, ਉਸ ਤੋਂ ਪਹਿਲਾਂ ਮਾਰ ਕੇ ਦਿਖਾਉਂਦੇ ਆ ਵੀ ਐਂ ਮਰੀਦਾ। ਜੇ ਤੂੰ ਇੱਥੇ ਖੜ ਕੇ ਮਰ ਗਿਆ ਨਾ, ਮੁੜ ਕੇ ਦੁਬਾਰੇ ਟੇਢੀਆਂ ਜੂਨਾਂ ਵਿੱਚ ਨਹੀਂ ਜਾਵੇਂਗਾ, ਆਪਦੇ ਘਰੇ ਜਾਵੇਂਗਾ। ਸਰੀਰ ਦਾ ਇੱਕ ਪੁਆਇੰਟ ਆ, ਗੁਰੂ ਸਾਹਿਬ ਉਹਦੀ ਜਾਣਕਾਰੀ ਦਿੰਦੇ ਆ। ਜਦੋਂ ਮਨੁੱਖ ਨੂੰ, ਗੁਰਮੁਖ ਨੂੰ, ਸਿੱਖ ਨੂੰ, ਜਦੋਂ ਸਿੱਖ ਉੱਥੇ ਧਿਆਨ ਲਾ ਕੇ ਉੱਥੇ ਖੜ ਕੇ ਸਰੀਰ ਨੂੰ ਛੱਡਦਾ ਤਾਂ ਉਹਦੇ ਅੰਦਰ ਕੋਈ ਫੁਰਨਾ ਨਹੀਂ ਬਣਦਾ। ਜਦ ਫੁਰਨਾ ਨਹੀਂ ਬਣਦਾ ਤੇ ਉਹ ਨਿਕਲ ਜਾਂਦਾ ਤੇ ਆਪਣੇ ਘਰ ਚਲਿਆ ਜਾਂਦਾ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰੋਵਰ ਦੀ ਖੁਦਾਈ ਹੋ ਰਹੀ ਆ। ਪੜ੍ਹਦੇ ਪੜ੍ਹਦੇ ਇੱਕ ਮੱਠ ਵਿੱਚੋਂ ਰਿਸ਼ੀ ਨਿਕਲੇ ਆ, ਜਿਸ ਦਾ ਨਾਮ ਸੰਤੋਖ ਰਿਸ਼ੀ ਆ। ਸਰੋਵਰ ਦਾ ਨਾਮ ਵੀ ਸੰਤੋਖ ਸਰ ਰੱਖ ਦਿੱਤਾ। ਫਿਰ ਪਾਤਸ਼ਾਹ ਜੀ ਨੇ ਉਸ ਨੂੰ ਮਿਲਣਾ ਕੀਤਾ, ਮੱਠ ਦੇ ਵਿੱਚੋਂ ਬਾਹਰ ਕੱਢਿਆ ਔਰ ਗੱਲਾਂ ਬਾਤਾਂ ਚੱਲੀਆਂ। ਪਾਤਸ਼ਾਹ ਨੇ ਪੁੱਛਿਆ, ਕਦੋਂ ਕਦੇ ਇੱਥੇ ਬੈਠੇ ਹੋ? ਕਹਿੰਦੇ ਜੀ ਕੋਈ ਪਤਾ ਨਹੀਂ ਗਾ, ਕਲਯੁਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਾ ਬੈਠਾ। ਹਿਸਾਬ ਲਾ ਲਓ 5000 ਸਾਲ ਕਹਿੰਦੇ ਲਗਭਗ ਹੋ ਗਏ ਤੁਹਾਨੂੰ ਬੈਠਿਆਂ ਨੂੰ। ਇੱਥੇ ਕਿਉਂ ਬੈਠੇ? ਕਹਿੰਦੇ ਜੀ ਮੇਰਾ ਫੁਰਨਾ ਬਣਿਆ। ਮੈਂ ਆਪਣੇ ਉਸਤਾਦ ਨੂੰ, ਗੁਰੂ ਨੂੰ ਪੁੱਛਿਆ, ਬਈ ਮਹਾਰਾਜ ਜਿਹੜਾ ਹੈ ਇਹ ਸੰਸਾਰ ਸੱਚਾ ਕਿ ਝੂਠਾ ਹੈ? ਬ੍ਰਹਮ ਗਿਆਨੀ ਇਹਨੂੰ ਸੱਚ ਕਹਿੰਦੇ, ਝੂਠ ਕਹਿੰਦੇ ਆ, ਤੇ ਸੰਸਾਰੀ ਲੋਕ ਇਹਨੂੰ ਸੱਚਾ ਸਮਝਦੇ ਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਦੇ ਸੁਪਨਾ ਆਇਆ? ਹਾਂ ਮਹਾਰਾਜ, ਜ਼ਿੰਦਗੀ ਸੁਪਨੇ ਬਹੁਤ ਦੇਖੇ ਆ।
ਕਹਿੰਦੇ ਸੁਪਨੇ ਵਿੱਚ ਜਿਹੜੀਆਂ ਵਸਤੂਆਂ ਹੁੰਦੀਆਂ ਕੀ ਜਾਗਣ ਤੋਂ ਬਾਅਦ ਮਿਲਦੀਆਂ? ਕਹਿੰਦੇ ਜੀ ਨਹੀਂ। ਬਸ ਫਿਰ ਜਿਹੜੇ ਕਹਿੰਦੇ ਆ ਸੱਚਾ ਉਹ ਸੁਪਨੇ ਨੂੰ ਵੇਖ ਰਹੇ ਆ, ਉਹ ਸੁੱਤੇ ਹੋਏ ਆ। ਤੇ ਬ੍ਰਹਮ ਗਿਆਨੀਆਂ ਨੂੰ ਜਾਗ ਆ ਗਈ, ਉਹ ਜਾਗ ਕੇ ਸੰਸਾਰ ਨੂੰ ਦੇਖ ਰਹੇ ਆ ਤੇ ਉਹ ਕਹਿ ਰਹੇ ਆ ਇਹ ਅਸਲ ਵਿੱਚ ਸੁਪਨਾ ਚੱਲ ਰਿਹਾ, ਤੁਸੀਂ ਐਵੇਂ ਨਾਲ ਜੁੜੇ ਹੋਏ ਹੋ, ਇਹ ਝੂਠਾ ਹੈ। ਜਦੋਂ ਤੁਸੀਂ ਵੀ ਜਾਗ ਪਏ ਤੁਸੀਂ ਵੀ ਝੂਠਾ ਕਹੋਗੇ। ਤਾਂ ਸੰਤੋਖ ਰਿਸ਼ੀ ਦੇ 2 ਸਵਾਲ ਸਨ, ਸਤਿਗੁਰਾਂ ਨੇ ਦੋਨੇ ਸਵਾਲ ਉਸ ਦੇ ਹੱਲ ਕਰ ਦਿੱਤੇ। ਉਹਨੂੰ ਪੁੱਛਿਆ ਵੀ ਉਹ ਕਹਿੰਦਾ ਮੈਂ ਆਪਣੇ ਗੁਰੂ ਨੂੰ ਪੁੱਛਿਆ ਸੀ ਇਹ ਗੱਲਾਂ, ਤੇ ਉਹ ਮੈਨੂੰ ਕਹਿੰਦਾ ਵੀ ਕਲਯੁਗ ਦੇ ਵਿੱਚ ਬਾਬੇ ਨਾਨਕ ਦਾ 5ਵਾਂ ਸਰੂਪ ਤੇਰੇ ਬਚਨ ਹੱਲ ਕਰੂਗਾ। ਤੇਰੇ ਸਵਾਲ 5ਵਾਂ ਗੁਰੂ ਅਰਜਨ ਦੇਵ ਹੱਲ ਕਰਨਗੇ। ਤੇ ਮੈਂ ਕਿਹਾ ਵੀ ਇੰਨਾ ਚਿਰ ਮੈਂ ਰਹੂੰਗਾ? ਕਹਿੰਦੇ ਇੱਥੇ ਬਹਿ ਜਾ, ਚੌਂਕੜਾ ਮਾਰ ਕੇ ਧਿਆਨ ਜੋੜ ਕੇ ਬੈਠਾ ਰਹੀ, ਆਪੇ ਕੱਢ ਲਊਗਾ। ਫਿਰ ਉਹਨੇ ਛੋਟਾ ਜਿਹਾ ਮੱਠ ਬਣਾਇਆ, ਕੋਈ 4 ਫੁੱਟ ਉੱਚਾ 5 ਫੁੱਟ ਉੱਚਾ, ਉਹਦੇ ਵਿੱਚ ਬੈਠ ਗਿਆ। ਜਦੋਂ ਸਰੋਵਰ ਇੰਨਾ ਪਟਿਆ ਤੇ ਵਿੱਚੋਂ ਮੱਠ ਨਿਕਲਿਆ ਤੇ ਪਾਤਸ਼ਾਹ ਨਾਲ ਸਾਰੀਆਂ ਬਚਨ ਵਿਸ਼ਵਾਸ ਹੋਏ, ਗੱਲਾਂ ਬਾਤਾਂ ਹੋਈਆਂ। ਗੱਲ ਮੁਕਾਈਏ ਮਰਨ ਦੀ। ਸੰਤੋਖ ਰਿਖੀ ਕਹਿਣ ਲੱਗਿਆ ਚੰਗਾ ਜੀ ਮੈਨੂੰ ਹੁਣ ਆਗਿਆ ਬਖਸ਼ੋ ਤੇ ਮੇਰਾ ਸਰੀਰ ਛਡਾ ਦਿਓ ਤੇ ਮੈਂ ਜਾਵਾਂ। ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਰਿਸ਼ੀ ਸਾਹਿਬ, ਤੁਹਾਡੇ ਵਰਗੇ ਰਿਸ਼ੀਆਂ ਦੀ ਦੁਨੀਆ ਨੂੰ ਬੜੀ ਲੋੜ ਆ, ਤੁਸੀਂ ਕੁਝ ਸਮਾਂ ਰਹੋ ਹੋਰ। ਕਹਿੰਦੇ ਛੱਡੋ ਜੀ, ਫਿਰ ਕੋਈ ਹੋਰ ਫੁਰਨਾ ਖੜਾ ਹੋ ਜਾਊਗਾ, ਮੁੜ ਕੇ ਫਿਰ ਰਹਿਣਾ ਪਊਗਾ। ਤੁਸੀਂ ਮੈਨੂੰ ਨਾ ਹੁਣ ਫੁਰਨੇ ਮੇਰੇ ਖਤਮ ਹੋ ਗਏ, ਇਹ 2 ਹੀ ਫੁਰਨੇ ਫਸੇ ਹੋਏ ਸੀਗੇ, ਮੈਂ ਬੈਠਾ ਸੀਗਾ ਔਰ ਹੁਣ ਮੇਰੇ ਅੰਦਰ ਕੋਈ ਜਿਉਣ ਦੀ ਇੱਛਾ ਨਹੀਂ ਹੈ, ਕੋਈ ਜਿਉਣ ਦਾ ਫੁਰਨਾ ਨਹੀਂ ਹੈ ਤੇ ਮੇਰਾ ਸਰੀਰ ਛਡਾ ਦਿਓ ਤੇ ਮੈਂ ਪਰਮੇਸ਼ਰ ਵਿੱਚ ਮਿਲ ਜਾਵਾਂ, ਕਿਰਪਾ ਕਰੋ। ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਰਿਸ਼ੀ ਸਾਹਿਬ ਤੁਹਾਡੇ ਸਰੀਰ ਦਾ ਕੀ ਕਰੀਏ? ਹੁਣ ਤੁਸੀਂ ਇਹਨੂੰ ਛੱਡ ਜਾਓਗੇ, ਇਹਦਾ ਕੀ ਕਰੀਏ? ਅੰਤਮ ਸੰਸਕਾਰ ਕਿੱਦਾਂ ਕਰੀਏ? ਪਾਣੀ 'ਚ ਬਹਾਈਏ ਕਿ ਦਫਨਾਈਏ ਕਿ ਸੰਸਕਾਰ ਕਰੀਏ? ਕਹਿੰਦੇ ਜੀ ਕਰਨਾ ਕੀ ਹੈ, ਇਹ ਸਰੋਵਰ 'ਚ ਹੀ ਮਾੜਾ ਜਿਹਾ ਹੋਰ ਲੰਮਾ ਟੋਹਾ ਪੱਟ ਦਿਓ, ਮੈਂ ਵਿੱਚ ਲੰਬਾ ਪੈ ਜਾਣਾ, ਮੇਰਾ ਸਰੀਰ ਛੜਾ ਦਿਓ ਤੇ ਮੈਂ ਨਿਕਲ ਜਾਣਾ। ਕਹੋ ਸਤਨਾਮ, ਉੱਤੇ ਮਿੱਟੀ ਪਾ ਦਿਓ। ਤਾਂ ਇੱਦਾਂ ਹੀ ਹੋਇਆ। ਉਹ ਸੰਤੋਖ ਸਾਹਿਬ ਸਰੋਵਰ ਜੋ ਗੁਰਦੁਆਰਾ ਸਾਹਿਬ ਟਾਹਲੀ ਆਉਣਾ ਹੈ। ਗੁਰੂ ਪਿਆਰੋ ਜਦੋਂ ਆਪਾਂ ਹਰਿਮੰਦਰ ਸਾਹਿਬ ਵੱਲ ਨੂੰ ਜਾਂਦੇ ਹਾਂ ਤੇ ਜਾਂਦਿਆਂ ਨੂੰ ਗੁਰੂ ਪਿਆਰੋ ਬੱਸ ਅੱਡੇ ਵੱਲੋਂ ਸੱਜੇ ਹੱਥ ਉਹ ਗੁਰਦੁਆਰਾ ਸਾਹਿਬ ਹੈ ਔਰ ਸਰੋਵਰ ਦੇ ਵਿੱਚ ਹੀ ਉਸ ਰਿਸ਼ੀ ਦਾ ਅਸਥਾਨ ਹੈ। ਉਹਦੇ ਵਿੱਚ ਹੀ ਉਸ ਨੂੰ ਇੱਕ ਲੰਮਾ ਜਿਹਾ ਟੋਹਾ ਪੱਟਿਆ ਤੇ ਉਹਦੇ ਵਿੱਚੋਂ ਬੈਠ ਗਿਆ ਜਾਂ ਲੰਮਾ ਪੈ ਗਿਆ ਤੇ ਉਸਨੇ ਸਰੀਰ ਤਿਆਗ ਦਿੱਤਾ ਤੇ ਪਾਤਸ਼ਾਹ ਜੀ ਨੇ ਉੱਤੋਂ ਮਿੱਟੀ ਪਾ ਕੇ ਉਹਨੂੰ ਬਰਾਬਰ ਕਰ ਦਿੱਤਾ, ਉੱਪਰ ਜਲ ਛੱਡ ਦਿੱਤਾ। ਖੈਰ ਇਹ ਹੈ ਮਰਨਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਪ੍ਰਤੱਖ ਰੂਪ ਦੇ ਵਿੱਚ ਮਾਰ ਕੇ ਫਿਰ ਜਿਉਂਦੇ ਕੀਤਾ। ਮਰਨ ਤੋਂ ਪਹਿਲਾਂ ਕੀ ਸੀ? ਉਹ ਨੀਵੀਆਂ ਜਾਤਾਂ ਦੇ, ਕੋਈ ਜੱਟ ਸੀ, ਕੋਈ ਖੱਤਰੀ ਸੀ, ਕੋਈ ਨਾਈ ਸੀ, ਕੋਈ ਛਿੰਬਾ ਸੀ। ਪਰ ਮਰਨ ਤੋਂ ਬਾਅਦ ਜਦ ਜਿਉਂਦੇ ਕੀਤੇ ਤੇ ਉਹ ਨਾ ਨਾਈ ਨਾ ਜੱਟ ਨਾ ਛਿੰਬੇ ਰਹੇ, ਉਹ ਸਿੰਘ ਸੱਜ ਗਏ, ਉਹ ਖਾਲਸਾ ਬਣ ਗਏ। ਜਾਤਾਂ ਪਾਤਾਂ ਖਤਮ ਹੋ ਗਈਆਂ। ਜਿਵੇਂ ਆਪਾਂ ਮਰ ਜਾਈਏ ਤੇ ਅਗਲੀ ਜਾਤ ਕੋਈ ਜ਼ਰੂਰਤ ਨਹੀਂ, ਆਪਣੀ ਆਹੀ ਹੋਊ ਜਿਹੜੀ ਅੱਜ ਆ। ਜੇ ਕਿਤੇ ਜਨਮ ਮਿਲ ਜਾਵੇ ਤੇ ਜ਼ਰੂਰੀ ਨਹੀਂ ਵੀ ਅੱਜ ਆਪਾਂ ਜਿਹੜੀ ਜਾਤ ਵਿੱਚ ਪੈਦਾ ਹੋਏ ਹਾਂ, ਜੱਟ ਸੁਨਿਆਰ ਆਦਿ, ਵੀ ਅਗਲੀ ਜਾਤ ਇਸੇ 'ਚ ਹੀ ਆਵਾਂਗੇ, ਨਹੀਂ। ਤੇ ਗੁਰੂ ਸਾਹਿਬ ਨੇ ਪ੍ਰਤੱਖ ਦੇ ਵਿੱਚ ਇਹ ਕਰਕੇ ਵਿਖਾਤਾ ਸਾਨੂੰ। ਉਹਨਾਂ 5 ਪਿਆਰਿਆਂ ਦੀਆਂ ਜਾਤਾਂ ਖਤਮ ਕਰਕੇ ਉਹਨਾਂ ਨੂੰ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਔਰ ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣਾ ਕੇ ਜਾਤਾਂ ਪਾਤਾਂ ਖਤਮ ਕਰਤੀਆਂ। ਬ੍ਰਹਮ ਗਿਆਨੀ ਦੀ ਜਾਤ ਨਹੀਂ ਕੋਈ ਹੁੰਦੀ। ਜਾਤ ਨਾ ਪੁੱਛੋ ਸਾਧ ਕੀ ਲੀਜੈ ਭੇਦ ਬਤਾਏ। ਰੱਬ ਦੀ ਗੱਲ ਪੁੱਛ ਲਓ, ਜਾਤਾਂ ਪਾਤਾਂ ਤੋਂ ਕੀ ਲੈਣਾ ਤੁਸੀਂ? ਕਹੋ ਸਤਨਾਮ। ਤੋ ਖੈਰ ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿੱਖੋ, ਗੁਰੂ ਹੀ ਕਿਰਪਾ ਕਰਦਾ ਸਾਨੂੰ ਜਿਉਂਦੇ ਮਰਨਾ ਸਿਖਾਉਂਦਾ। ਆਪਾਂ ਜਿਉਂਦੇ ਮਰਨਾ, ਉਹ ਜਦੋਂ ਮੌਤ ਆਊਗੀ ਦੇਖੀ ਜਾਊਗੀ। ਇਹ ਮਰਨਾ ਕੋਈ ਆਤਮ ਹੱਤਿਆ ਕਰਨੀ ਨਹੀਂ ਹੈਗੀ, ਇਹ ਤਾਂ ਬਲਕਿ ਆਤਮਾ ਨੂੰ ਜੀਵਨ ਦੇਣਾ ਹੈ। ਕਹੋ ਸਤਨਾਮ ਸ੍ਰੀ। ਹੁਣ ਸਾਡੀ ਆਤਮਾ ਦੀ ਜਿਹੜੀ ਆਵਾਜ਼ ਆ ਉਹ ਦੱਬੀ ਹੋਈ ਆ, 5 ਵਿਕਾਰਾਂ ਨੇ ਦੱਬੀ ਹੋਈ ਆ। ਕਦੇ ਕਾਮ ਦਾ ਰੌਲਾ ਪੈਂਦਾ, ਕਦੇ ਕ੍ਰੋਧ ਦਾ ਪੈਂਦਾ, ਕਦੇ ਲੋਭ ਲਾਲਚ ਦਾ ਪੈਂਦਾ। ਅੰਦਰ ਸਾਡੇ ਰੌਲੇ ਬਹੁਤ ਪੈ ਰਹੇ ਆ। ਵਿਚਾਰੀ ਜੀਵ ਆਤਮਾ ਜਿਹੜੀ ਸਾਡੇ ਅੰਦਰ ਬੈਠੀ ਆ ਉਹਦੀ ਆਵਾਜ਼ ਦੱਬੀ ਹੋਈ ਆ ਔਰ ਜੀਵ ਆਤਮਾ ਦਾ ਇੱਕ ਹਿੱਸਾ ਬਾਹਰ ਮਨ ਬਣ ਕੇ ਨਿਕਲ ਗਿਆ।
ਇਹ ਬਾਹਰਲਾ ਮਨ ਅੰਦਰਲੇ ਮਨ ਦੀ ਗੱਲ ਹੀ ਨਹੀਂ ਸੁਣਦਾ ਗਾ। ਉਹਦੀ ਆਵਾਜ਼ ਬੜੀ ਬਰੀਕ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਇੱਕ ਬਚਨ ਉਚਾਰਿਆ, चींटी की आवाज पहले हाथी की फुकार पाछे सुनियत है। कहने परमेश्वर दरते कीड़ी की आवाज़ किन्नी कि आपां नूं सुणदी नहीं है ना, पर परमेश्वर पहला कीड़ी की आवाज़ सुन लैंदा, हाथी दीयां चीकां नहीं सुनदा। आखो सतनाम श्री। हाथी की पुकार मगरों जाऊगी, कीड़ी की पहला सुनी जाऊ। भाव गरीबी की, निमरता की, प्रेम की गल पहला सुनी जाऊगी, हंकारियां की गल नहीं सुनी जाऊ पहला। तो इस तरह ही साडी आत्मा की बड़ी बरीक आवाज़ है। जे सानू आत्मा की आवाज़ सुननी आ जे तो सुनोगे मर के, मतलब इन्हां विकारां नूं बंद करके। जे इन्हां पंजां विकारां दा रौला ही पै रहा तो फिर आत्मा की आवाज़ कित्थे सुननी आ। तो गुरु सानू इन्हां विकारां की आवाज़ बंद करदा, इन्हां नूं मारदा। बस मन नूं मारना, इन्हां पंजां विकारां तो बाहर निकलना है। सतगुर मिले सो मरण दिखाए, ते जिन्हां ने ये मरना सीख लिया उन्हां नूं मरना भी वधिया लगेगा, रहना जीवन भी चंगा लगेगा। जिन्ना चिर जीवन विच रहणगे तां भी आनंद च, जद मौत आवेगी उन्हां नूं उदों भी आनंद ही आवेगा। दलाद पोटा पोटा करके बदबंद कट रहा है, तो भाई मनी सिंह जी बैठे जपजी साहब कर रहे हैं। कहो सतनाम श्री। मतीदास जी नूं आरे नाल चीरिया जा रहा है, जलाद नूं मुड़का आ रहे हैं, मतीदास जी जपजी साहब कर रहे हैं। तो ये मतलब गुरु प्यार, गुरु ने कुछ सानू मरना सिखाया। ये कुछ सीखने वाली गल भी है, कली पढ़न वाली नहीं, प्रैक्टिकल भी है। ये गुरबाणी विचों प्रैक्टिकल भी करवाए गए सिखां नूं, और उन्हां नूं मरना भी वधिया लग्गिया। फिर मरण तो खतरा नहीं पैदा होया, क्योंकि जिन्हों पता लग जाए कि मैं कच्चा घर झोंपड़ी छड्ड के पक्के घर च जाना, फिर उदों खुश हो के जाऊगा ना भी यार वधिया ढह गया कच्चा जा, हुण नवें चलदे आ। कहो सतनाम श्री। वड़की डार धरी सिर तो कच्चियां मटकियां जिहड़ियां पंजां विकारां दीयां ला के परे सिੱਟਤੀਆਂ, क्योंकि हुण मालक मिल गए। मेरे प्रीतम जी कहते मन रहन रस अंतर भाए, तो ये जो रस बनू कदों, जदों अंदर प्रेम पैदा हो गया। जिन्ना चिर क्रोध है, काम है, लोभ है, हंकार है, इन्हां दा खड़का बहुत ज़्यादा है। प्रेम दा जिहड़ा है बड़ी निमरता सहित बोलदा, बड़ा हौली बोलदा, प्रेम दी एक खेड है। प्रीतम जी कहते जदों अंदर चलिया गया, अंदर प्रेम पैदा हो गया, तो फिर मौत की है गर्भ निवार। हंकार नूं मारना, ये जरनैल है पंजां दा, जरनैल मारिया गया फौज आपी मर जूगी। कहो सतनाम श्री। पातशाह ने एक दी गल करती, बाकी सारियां दी गल विच ही आ गई। हाथी की पैड़ में सब कुछ आ गया। हंकार करके काम है, हंकार करके क्रोध है, हंकार करके लोभ लालच है, हंकार करके मोह ममता है, हंकार करके विषय विकार भोगते हैं, हंकार करके जिंदे हंकार मर गया शरीर के सारे ही अंदरे निफल हो जाएंगे, शिथिल हो जाएंगे, काम छड्ड जाएंगे। कहो सतनाम श्री। भज दौड़ खत्म हो जूगी, किसी नूं हथ नाल मारना बंद हो जाऊगा, जो हंकार मर गया। अखां जिहड़ियां साडियां हंकार विच होर ढंग नाल वेखदियां, प्रेम नाल होर ढंग च वेखदियां। कहो सतनाम। अख उही है, पर इहदे सुभाਅ बदलते रहंदे आ। जो पातशाह ने लिखा कहा ना बाणी विच, नानक से अखड़ियां बेअन ओ अखियां होर आ, जिन्नी दिसंदड़ो मां पीरी, ते ओ अखां कोई अलग तां नहीं किते मिलणगियां। असल विचों ज्ञान की अख है, इन्हां अखां नूं वेखण दा ढंग आ जाऊगा। गुरु अख दा ऑपरेशन ही करदा है। कहो सतनाम श्री। जद पंज छिट्टे पंज चूड़े सतगुरु पंज प्यारे अखां विच मारदे आ, पंज प्यारे बुद्धि च मारदे आ, तालू विच पाउंदे आ, पंज चूड़े सानूं छकाउंदे आ,
ਉਹ ਅੰਮ੍ਰਿਤ ਨੂੰ ਸਾਡੇ ਸਰੀਰ ਵਿੱਚ ਸਿੰਜਦੇ ਆ ਤਾਂ ਇਹ ਅੰਮ੍ਰਿਤ ਵਿੱਚ ਭਰੀ ਹੋਈ ਬਾਣੀ ਜਿਹੜੀ ਹੈ ਸਾਡੇ ਅੱਖਾਂ ਦੇ ਵਿਕਾਰਾਂ ਨੂੰ ਖਤਮ ਕਰਦੀ ਹੈ, ਸਾਡੀ ਬੁੱਧੀ ਨੂੰ ਬਦਲਦੀ ਹੈ, ਸਾਡੇ ਹਿਰਦੇ ਨੂੰ ਬਦਲਦੀ ਹੈ, ਸਿੱਧਾ ਕਰਦੀ ਹੈ। ਕਹੋ ਸਤਿਨਾਮ ਸ੍ਰੀ। ਜਦ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਦੇ ਆ, ਜਦੋਂ ਗੁਰੂ ਪੰਜ ਪਿਆਰਿਆਂ ਦੇ ਰੂਪ 'ਚ ਅੰਮ੍ਰਿਤ ਦੀ ਦਾਤ ਦਿੰਦਾ ਤੇ ਫਿਰ ਇਸ ਦੇ ਅੰਦਰੋਂ ਇਹ ਪੰਜ ਵਿਕਾਰ ਖਤਮ ਹੁੰਦੇ ਆ ਤਾਂ ਸਮਝੋ ਮਰ ਗਿਆ। ਤੁਸੀਂ ਕਈ ਵਾਰੀ ਕਹਿ ਨਹੀਂ ਦਿੰਦੇ, ਗੁੱਸੇ ਹੋ ਜਾਓ, ਜਿਹੜੇ ਰਿਸ਼ਤੇਦਾਰ ਨਾਲ, ਕੋਈ ਭੈਣ ਭੈਣ ਨਾਲ, ਕੋਈ ਇੱਕ ਦੂਜੇ ਨਾਲ ਗੁੱਸੇ ਹੋ ਜਾਈਏ ਤੇ ਆਪਣੇ ਸੁਭਾਅ ਨਿਕਲਦਾ ਮੂੰਹ 'ਚੋਂ ਸੁਭਾਵਕ, ਯਾਰ ਤੂੰ ਸਾਡੇ ਬੰਨਿਓ ਮਰਿਆ, ਅਸੀਂ ਤੇਰੇ ਬੰਨਿਓ ਮਰੇ, ਐਵੇਂ ਕਹਿੰਦੇ ਆ ਨਾ। ਬਸ ਅਸੀਂ ਪੰਜਾਂ ਵਿਕਾਰਾਂ ਬੰਨਿਓ ਮਰ ਗਏ ਤੇ ਉਹ ਸਾਡੇ ਵੱਲੋਂ ਮਰ ਗਏ। ਕਹੋ ਸਤਿਨਾਮ। ਜਦੋਂ ਅਸੀਂ ਵਰਤਨੇ ਨਹੀਂ ਗਏ, ਆਪਣੀ ਲੈਣ ਦੇਣ ਬੰਦ, ਵਰਤੋਂ ਬੰਦ। ਇਉਂ ਗੁਰੂ ਸਾਨੂੰ ਮਰਨਾ ਸਿਖਾਉਂਦਾ, ਜਿਉਂਦੇ ਜੀ ਮਾਰ ਕੇ ਫਿਰ ਜਿਉਂਦੇ ਕਰਦਾ। ਸੰਸਾਰ ਵੱਲੋਂ ਮਾਰ ਕੇ ਕਰਤਾਰ ਵੱਲ ਜੋੜਦਾ। ਇਹ ਹੈ ਜਿਉਂਦੇ ਜੀ ਮਰਨਾ। ਗਰਭ ਨਿਵਾਰ ਗਗਨਪੁਰ ਪਾਏ। ਗਗਨਪੁਰ, ਗਗਨ ਆਕਾਸ਼, ਪੁਰੀ ਨਗਰ ਭਾਵ ਸੱਚਖੰਡ ਕਹਿ ਦਿਓ। ਤਾਂ ਉਹ ਗਗਨਪੁਰੀ ਨੂੰ ਪ੍ਰਾਪਤ ਹੋ ਜਾਂਦੇ ਹਨ। ਉਹ ਚੇਤਨ ਬ੍ਰਹਮ ਦੇ ਵਿੱਚ ਨਿਵਾਸ ਕਰ ਲੈਂਦੇ ਨੇ। ਗਗਨ ਆਕਾਸ਼ ਨੂੰ ਕਹਿੰਦੇ ਆ। ਉੱਪਰਲਾ ਆਕਾਸ਼ ਤਾਂ ਸਾਰਿਆਂ ਉੱਤੇ ਇੱਕ ਹੈ ਤੇ ਸਾਡੇ ਵਿੱਚ ਅਨੇਕ ਹੈ। ਸਾਡਾ ਜਿਹੜਾ ਦਿਮਾਗ ਹੈ ਇਹ ਵੀ ਆਕਾਸ਼ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਜਦੋਂ ਆਪਾਂ ਸਾਰੇ ਮਰ ਗਏ ਫਿਰ ਇੱਕ ਰਹਿ ਜਾਊਗਾ। ਹੁਣ ਉਹ ਸਾਡੇ ਵਿੱਚ ਸਮਾਇਆ ਹੋਇਆ। ਕੋਈ ਸਤਿਨਾਮ ਸ੍ਰੀ। ਉੱਪਰ ਆਕਾਸ਼ ਇੱਕ ਹੈ, ਪਰ ਜਦੋਂ ਉੱਤੇ ਬੱਦਲ ਆ ਜਾਂਦੇ ਆ ਅਸੀਂ ਕਹਿੰਦੇ ਆ ਕਿੰਨੇ ਬੱਦਲ ਹੋ ਗਏ, ਬੱਲੇ ਬੱਲੇ। ਤੇ ਜਦੋਂ ਬੱਦਲ ਵੜ ਜਾਂਦੇ ਆ, ਮੀਂਹ ਪੈ ਜਾਂਦਾ ਤੇ ਬੱਦਲ ਖਤਮ ਹੋ ਜਾਂਦੇ ਆ, ਅਸੀਂ ਕਹਿੰਦੇ ਆ ਆਕਾਸ਼ ਸਾਫ਼ ਹੋ ਗਿਆ। ਇਸੇ ਤਰ੍ਹਾਂ ਸਾਡੇ ਦਿਮਾਗ ਤੇ ਬੱਦਲ ਆ ਗਏ। ਕਹੋ ਸਤਿਨਾਮ ਸ੍ਰੀ। ਭਰਮਾਂ ਭੁਲੇਖਿਆਂ ਦੇ, ਵਿਸ਼ੇ ਵਿਕਾਰਾਂ ਦੇ, ਦੁਈ ਦਵੈਤ ਦੇ, ਈਰਖਾ ਨਿੰਦਿਆ ਚੁਗਲੀ ਦੇ ਬੱਦਲ ਆ ਗਏ। ਸਾਨੂੰ ਸਾਡੇ ਅੰਦਰਲਾ ਆਕਾਸ਼ ਦਿਖਾਈ ਨਹੀਂ ਦੇ ਰਿਹਾ, ਜਿਹੜਾ ਸਾਡੀ ਖੋਪੜੀ ਦੇ ਵਿੱਚ ਆ। ਬਹੁਤ ਵੱਡਾ ਖਜ਼ਾਨਾ ਮਨੁੱਖ ਦੇ ਵਿੱਚ ਰੱਖਿਆ ਅਕਾਲ ਪੁਰਖ ਨੇ। ਕਹੋ ਸਤਿਨਾਮ ਸ੍ਰੀ। ਪਰ ਕਿਸੇ ਨੇ ਉਸ ਖਜ਼ਾਨੇ ਨੂੰ ਵਰਤਿਆ ਗੁਰੂ ਕਿਰਪਾ ਲੈ ਕੇ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇਹ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਜੀਵ ਸਰੀਰ ਨੂੰ ਛੱਡਦਾ ਤੇ ਆਕਾਸ਼ ਵਿੱਚ ਮਿਲਦਾ, ਗਗਨਪੁਰੀ ਵੀ ਚਲਿਆ ਜਾਂਦਾ, ਸੱਚਖੰਡ ਵੀ ਚਲਿਆ ਜਾਂਦਾ। ਪਰ ਜੇ ਪਹਿਲਾਂ ਗੁਰੂ ਤੋਂ ਮਰਨਾ ਸਿੱਖਿਆ ਹੋਵੇਗਾ ਤਾਂ, ਜੇ ਮਰਨਾ ਨਹੀਂ ਸਿੱਖਿਆ ਤੇ ਫਿਰ ਇੱਥੇ ਹੀ ਰਹਿ ਜਾਊਗਾ। ਇੱਥੋਂ ਮਰ ਕੇ ਕਿਸੇ ਹੋਰ 'ਚ ਵੜ ਜਾਊਗਾ। ਕਹੋ ਸਤਿਨਾਮ ਸ੍ਰੀ। ਟੇਡੀਆਂ ਜੂਨਾਂ 'ਚ ਪੈ ਜਾਊਗਾ। ਗਰਭ ਨਿਵਾਰ ਗਗਨਪੁਰ ਪਾਏ। ਜਦੋਂ ਗੁਰੂ ਕਿਰਪਾ ਕਰਦਾ ਸਾਡੇ ਹੰਕਾਰ ਨੂੰ, ਵਿਕਾਰਾਂ ਨੂੰ ਮਾਰ ਕੇ ਸਾਨੂੰ ਸ਼ਬਦ ਨਾਲ ਜੋੜਦਾ, ਕਰਤਾਰ ਨਾਲ ਜੋੜਦਾ ਹੈ ਔਰ ਸਿੱਖ ਨੂੰ ਇਹ ਯਾਦ ਕਰਾਉਂਦਾ ਹੈ ਵੀ ਲੈ ਵੀ ਮੌਤ ਤੋਂ ਡਰਨਾ ਨਹੀਂ ਹੁਣ, ਕਿਉਂਕਿ ਮਰਨ ਲਿਖਾਏ ਆਏ ਨਹੀਂ ਰਹਿਣਾ। ਇਹ ਗੱਲ ਪੱਕੀ ਦਿਮਾਗ 'ਚ ਰੱਖ ਲਓ। ਮੌਤ ਨੂੰ ਯਾਦ ਰੱਖੋ, ਕਿਉਂਕਿ ਇੱਕ ਦਿਨ ਮੌਤ ਸਭ ਦੀ ਆਉਂਦੀ ਹੈ। ਜੇ ਗੁਰੂ ਸਾਹਿਬਾਨ ਜੀ ਚਾਹੁੰਦੇ ਤਾਂ ਉਹਨਾਂ ਸਰੀਰਾਂ ਵਿੱਚ ਹੀ ਸਦਾ ਰਹਿ ਸਕਦੇ ਸਾਡੇ ਕੋਲ। ਹੁਣ ਵੀ ਹੈਗੇ, ਕਿਤੇ ਗਏ ਨਹੀਂ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਜਦ ਬਾਬਾ ਸ਼੍ਰੀ ਚੰਦ ਆ ਕੇ ਕਹਿੰਦੇ ਆ, ਬਾਪੂ ਤੂੰ ਮੈਨੂੰ ਮਿਲ ਕੇ ਵੀ ਨਹੀਂ ਗਿਆ, 4 ਘੜੀਆਂ ਗੱਲ ਤਾਂ ਕਰ ਲੈਂਦਾ। ਕਰਤਾਰਪੁਰ ਦੀ ਘਟਨਾ। ਧੰਨ ਗੁਰੂ ਨਾਨਕ ਜੀ ਸ੍ਰੀ ਤਿਆਗ ਚੁੱਕੇ ਸੀ, ਜੋਤੀ ਜੋਤ ਸਮਾ ਚੁੱਕੇ ਸੀ, ਉੱਠ ਖੜੇ, ਕਹਿੰਦੇ 10 ਪੁੱਤਰਾ ਕੀ ਗੱਲਾਂ ਕਰਨੀਆਂ, ਤੂੰ 4 ਘੜੀਆਂ ਮੰਗੀਆਂ, 4 ਘੜੀਆਂ ਗੱਲਾਂ ਕਰ ਲਾ ਜਿਹੜੀਆਂ ਕਰਨੀਆਂ। ਜੇ ਤੂੰ 4 ਜੁਗ ਕਹਿ ਦਿੰਦਾ ਮੈਂ 4 ਜੁਗ ਵੀ ਰਹਿ ਜਾਂਦਾ। ਕਹੋ ਸਤਿਨਾਮ ਸ੍ਰੀ। 4 ਜੁਗ ਦਾ ਮਤਲਬ ਹਮੇਸ਼ਾ ਰਹਿ ਜਾਂਦਾ ਜੀ ਤੂੰ ਕਹਿ ਦਿੰਦਾ ਤਾਂ, ਪਰ ਤੂੰ 4 ਘੜੀਆਂ ਕਿਹਾ, 4 ਘੜੀ ਗੱਲ ਕਰ ਲਾ। ਕੁਝ ਗੱਲਾਂ ਬਾਬਾ ਸ਼੍ਰੀ ਚੰਦ ਹੋਰਾਂ ਨੇ ਕੀਤੀਆਂ। ਫਿਰ ਬਾਬਾ ਬੁੱਢਾ ਜੀ ਨੇ ਸਿਮਰਨ ਦੇ ਬਾਰੇ ਫਿਰ ਜਾਂਦੇ ਜਾਂਦੇ ਪਾਤਸ਼ਾਹ ਨੇ ਪੁੱਛਿਆ, ਜੀ ਇਹ ਸਤਨਾਮ ਵਾਹਿਗੁਰੂ ਦੀ ਡੈਫੀਨੇਸ਼ਨ, ਇਹਦਾ ਜਾਣਕਾਰੀ, ਇਹਦੇ ਅਰਥ ਦੱਸ ਦਿਓ ਸਾਨੂੰ, ਕੀ ਹੈ ਇਹ। ਕਹੋ ਸਤਨਾਮ। ਪਰ ਭਾਈ ਸੰਤੋਖ ਸਿੰਘ ਨੇ ਅਖੀਰਲੀ ਸਾਖੀ ਵਿੱਚ ਬਾਬੇ ਨਾਨਕ ਨੇ ਇਹ ਸਤਨਾਮ ਵਾਹਿਗੁਰੂ ਅੰਤਰ ਦੇ ਅਰਥ ਵਗੈਰਾ ਵੀ ਦੱਸੇ ਪਾਤਸ਼ਾਹ ਜੀ ਨੂੰ। ਉਸ ਵੇਲੇ ਪਾਤਸ਼ਾਹ ਜੀ ਨੇ 4 ਘੜੀਆਂ ਬਾਅਦ ਫਿਰ ਸਰੀਰ ਛੱਡ ਗਏ। ਜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ,
आखिरी समय उन्होंने दो स्वरूप मिलने वास्ते आए आ, परमेश्वर के भेजे हुए। कहन लगे जी तुहाडा समा तो पूरा हो गया और सानू ये हुक्म है कि कह दिओ जे सदा रहना तो सदा रहे, आना तो ओहदी मर्जी है, वो याद है। कहो सतनाम सिंह, गुरु गोबिंद सिंह जी बारे। पर गुरु प्यारो उन्होंने परमेश्वर के भाने नूं बदलिया नहीं गा। चाहते तो साडे कोले सामने प्रतख चौਵੇਂ रह सकते सी, पर फिर सानू जिहड़ा ज्ञान देना चाहते वो ज्ञान साडे नूं फिट नहीं सी बैठना। कुछ भी वो तो रब सी यार, आपां तां बंदे आ। जदों कि सतगुर ने सिख दे विच अपनी पूरी पावर रखी आ, खालसा मेरो रूप है खास खालसे में हो करो निवास, तू सब कुछ कर सकदा, तैनूं पावरफुल कीता। जदों पंज प्यारियां नूं कहंदी है मैनूं भी अमृत छकाओ, मैनूं भी गोबिंद राय तो गोबिंद सिंह बनाओ, तो भाई दया सिंह कहते नहीं जी महाराज तुसीं तां तुसीं हो, असीं तां सिख। दया सिंह यही तो भरम कढ़ना सी तेरे चों। कोई सतनाम सी, मैं तुहानूं अपना स्वरूप बनाया है, तुहाडे पंजां विच मैं वरतांगा, पर जिवें मैं तुहानूं दया राम तो दया सिंह बनाया, मैनूं भी गोबिंद राय तो गोबिंद सिंह बनाओ। हुण जो दूजी तीजी बार पातशाह ने फिर कहा मैनूं अमर दिओ, कहंदे जी किवें दईए? फिर कहंदे जिवें तुसीं लिया उवें मैनूं दिओ। असीं तां जी सीस दे के लिया, कहंदे मेरा भी हाजिर है वढ लो। भावे दसना सीगा कि मैं खालसे विच अपनी फुल पावर रख दित्ती आ। कोई सतनाम मेरा भी हाजिर आ। नाले दया सिंह एक सीस की क्या गल करते हो, ये अमृता 7 सीस ला के मिल जे तां भी थोड़ा है। कोई सतनाम श्री मैं सरवंस वार दूंगा, पर मैनू गोबिंद राय तो गोबिंद सिंह बनाओ, उस तरह मैनू भी अमर दो जिवें तुसीं लिया। फिर भाई दया सिंह होरां ने पंजां ने रल के सतगुरां नूं उस तरह 5 चूल्हे छकाए, 5 केसां विच पाए, तालूए पाए, 5 अखां विच मारे। भाव जो सिस्टम सतगुर ने दस्सिया वो तरीका भाई पंजां प्यारिਆਂ ने उवें कीता ते उन्हां दा नाम भी गोबिंद राय तो गोबिंद सिंह रखिया गया। ये है मार के जिउंदे करना। हुण दया राम खत्री नहीं रह गया, दया सिंह योधा बन गया। को सतनाम दया सिंह खालसा हो गया। जिस दया सिंह नूं कहा सीगा तलवार चक्की आ कदे ना ना महाराज, तलवार चलाई नहीं कदे। खत्रियां ते धर्म छोड़िया मलेश भाखिया गही। महाराज हम तो तोलन जाने तकड़ी, याद हमारी खतरी, चिड़ी उड़े तो हम डर जाए। दुश्मन से कैसे लड़ पाए? बाबा जी कहते हाँ ही तो घाट पै गई सोडे विच। बाबे नानक ने कहा, गुरु गोबिंद सिंह ने कढ़ी आ। को सतनाम खत्रियां ते धर्म छोड़िया मलेश भाखिया गही। भाव गुलामां दी बोली बोलना। मलेश भाखिया गुलाम होके दूजे दे ओदी गल करनी, आपदी गल छड्ड गया। यही तो गल कढ़नी आ। तो उही दया सिंह फिर जोधा बन गया, खालसा बन गया। उही गुरु प्यारिओ दया सिंह धर्म सिंह जिहड़ा गुरु प्यारिओ एक गरीब सिख सी जिसनूं ब्राह्मण लोग शूद्र करते सीगे, उसे गरीब नूं धर्म सिंह बनाया। उसे गरीब नूं गुरु प्यारिओ जिन्हों शूद्र कहते सी उस मौके दे धर्म के मुखी ब्राह्मण, उसे नूं हिम्मत राय तो हिम्मत सिंह बनाया ते मोहकम चंद तो मोहकम सिंह बनाया। अलग अलग इलाकिਆਂ ਦੇ पता नहीं कित्थों कित्थों आए आ। 80,000 के इकट्ठ च बैठे आ। ते पातशाह ने कहा सी मेरी तलवार नूं एक सिर चाहिदा, मैं तलवार मार के वढना। ते जिहड़े मरनों तैयार सी उन्हां नूं ही मार के जिउंदे कीता। जिहड़ा मरना चाहुंदा नहीं गा गुरु कोलों ते मुड़ के काल दे पंजे च तां आउंदा ही आउंदा ना। कोई सतनाम सी जे किते गुरु कोलों मर जाइए ते गुरु मार के जिउंदे करदा। गुर घर जन्मे गवन मिटाया, अनहद राते ये मन लाया। जदों गुरु दे घरे सिख जन्म लैंदा है ते इहदा गवन जमना मरना खत्म हुंदा है। सिखो याद रखो, मन लिखाए आए नहीं रहना, मन लिखाए मंडल में आए। जिस दिन सानू भेजिया सी उदे लिखता सीगा भी इन्ना समा तेरे कोल दिता है ते इन्ने चिर दे विच तू मैनू दुआरे मिल आके। तो वो चिर साडा जिहड़ा है आपां सालां दे हिसाब नाल हिसाब ला लिया। गुरु साहब ने तो सवासां दे हिसाब नाल हिसाब रखे आ। कोई सतनाम इन्ने सवास दिते।
ਅਸੀਂ ਉਹ ਸਵਾਸਾਂ ਦਾ ਹਿਸਾਬ ਕਿਤਾਬ ਲਾਇਆ ਤੇ 24 ਘੰਟਿਆਂ ਵਿੱਚ 24,000 ਸਵਾਸ ਖਤਮ ਕਰ ਦਿੰਦੇ ਆ। ਤੇ ਜਿੱਦੇ ਮੁੱਕ ਗਏ, ਜੇ ਤਾਂ ਉਦੋਂ ਪਹਿਲਾਂ ਗੁਰੂ ਵਾਲੇ ਬਣ ਗਏ, ਗੁਰੂ ਨੂੰ ਮਿਲ ਪਏ, ਫਿਰ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਅਗਲੇ ਦੂਜੇ ਪਾਸੇ ਵਾਲੇ ਖਿੱਚ ਕੇ ਲੈ ਜਾਣਗੇ, ਕਾਲ ਹੋ ਰਹੀ। ਕਹੋ ਸਤਨਾਮ। ਤੇ ਜਿਹੜੇ ਗੁਰੂ ਨੂੰ ਮਿਲ ਪਏ ਤੇ ਗੁਰੂ ਕਹਿੰਦਾ ਦਾਨ ਸਿਆ ਇਹ ਕੇਸ ਗੁਰੂ ਕੀ ਮੋਹਰ ਹੈ, ਮੇਰੀ ਨਿਸ਼ਾਨੀ ਹੈ, ਜਿਹੜਾ ਮੇਰਾ ਬਣ ਗਿਆ ਮੈਂ ਉਹਨੂੰ ਨਰਕਾਂ ਨੂੰ ਨਹੀਂ ਜਾਣ ਦਿੰਦਾ। ਜਾਂਦਾ ਮੈਂ ਦੇਖ ਲਵਾਂ ਤੇ ਜਾ ਰਿਹਾ ਤੇ ਮੈਂ ਕੇਸਾਂ ਤੋਂ ਫੜ ਕੇ ਖਿੱਚ ਲੈਣਾ। ਤੇ ਦਾਨ ਸਿੰਘ ਕਹਿੰਦਾ ਦਾੜੀ ਹੈਗੀ ਜੀ, ਇੱਥੋਂ ਫੜ ਖਿੱਚ ਲਿਓ। ਕਹਿੰਦੇ ਨਹੀਂ, ਦਾੜੀ ਥੱਲੇ ਨੂੰ ਖਿੱਚੀ ਜਾਂਦੀ ਹੈ, ਕੇਸ ਤਾਂ ਨੂੰ ਖਿੱਚੇ ਜਾਂਦੇ ਹੈ। ਖੈਰ ਇਹ ਪਾਤਸ਼ਾਹ ਜੀ ਦੀਆਂ ਸੀ ਤਾਂ ਸੀਰੀਅਸ ਗੱਲਾਂ, ਪਰ ਹਾਸੇ 'ਚ ਪਾ ਲਈ। ਦਾਨ ਸਿੰਘ ਕਹਿਣ ਲੱਗਿਆ ਮਹਾਰਾਜ ਦਾੜਾ ਹੈਗਾ। ਪਾਤਸ਼ਾਹ ਕਹਿੰਦੇ ਨਹੀਂ, ਕੇਸ ਰੱਖ, ਸਾਬਤ ਸੂਰਤ ਹੋ, ਇਹ ਮੇਰੀ ਮੋਹਰ ਹੈ, ਮੇਰੀ ਨਿਸ਼ਾਨੀ ਹੈ, ਇੱਥੋਂ ਪਤਾ ਲੱਗਦਾ ਕਿ ਮੇਰਾ ਪੁੱਤਰ ਹੈ। ਕਹੋ ਸਤਨਾਮ। ਮੈਂ ਫਿਰ ਨਰਕਾਂ ਨੂੰ ਨਹੀਂ ਜਾਣ ਦਿੰਦਾ। ਹਾਂ, ਜਿਹਨੇ ਜਿਉਂਦੇ ਗੁਰੂ ਨੂੰ ਪੁੱਛ ਲਿਆ, ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੋ ਕੜਕਾਏ, ਸਾਹੇ ਲਿਖੇ ਉੱਥੇ ਘੱਟ ਹੈ ਜਿੱਥੇ ਮੁੱਕ ਗਏ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ, ਆਪਣੀ ਆਤਮਾ ਨੂੰ ਆਪਣੇ ਮਨ ਨੂੰ ਸਮਝਾ ਲਓ ਵੀ ਜਿਹੜਾ ਸਮਾਂ ਲਿਖਤਾ ਉਦੋਂ ਬਾਹਾਂ ਇੱਕ ਪੈਰ ਵੀ ਨਹੀਂ ਪੱਟਿਆ ਜਾਣਾ। ਜੇ ਬੁਰਕੀ ਹੱਥ 'ਚ ਹੋਈ, ਸਵਾਸ ਮੁੱਕ ਗਏ ਤੇ ਉਹ ਮੂੰਹ 'ਚ ਨਹੀਂ ਪੈਣੀ। ਕਹੋ ਸਤਨਾਮ ਸ੍ਰੀ। ਮਨੀਮ ਹਿਸਾਬ ਕਰ ਰਿਹਾ ਹੈ, ਉਹਦੀ ਕਲਮ ਹੱਥ 'ਚ ਫੜੀ ਰਹਿ ਜਾਂਦੀ ਆ। ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ, ਆਪਾਂ ਕਈ ਵਾਰੀ ਪੋਸਟਾਂ ਵੇਖਦੇ ਹਾਂ, ਇੱਕ ਦੋ ਰਾਗੀ ਬਾਜੇ ਤੇ ਬੈਠੇ ਸ਼ਬਦ ਗਾਉਂਦੇ ਚਲਾਣੇ ਕਰ ਗਏ। ਕਹੋ ਸਤਨਾਮ। ਕਿਉਂਕਿ ਪਹਿਲਾਂ ਪਤਾ ਨਹੀਂ ਸੀ ਲੱਗਦਾ, ਦਿਸਦਾ ਨਹੀਂ ਸੀ। ਅੱਜ ਤਾਂ ਮੀਡੀਆ ਯੁੱਗ ਹੈ, ਜਿੱਥੇ ਛੋਟੀ ਖਬਰ ਹੋਈ ਤੁਰੰਤ ਲੋਕਾਂ ਕੋਲੇ ਫੈਲ ਜਾਂਦੀ ਆ। ਇੱਕ ਸਿੰਘ ਮੱਥਾ ਟੇਕਦਾ ਗੁਰੂ ਕਾ ਸਿੱਖ ਮੱਥਾ ਟੇਕਿਆ, ਟੇਢਾ ਹੋ ਗਿਆ। ਕਹੋ ਸਤਨਾਮ। ਸੰਗਤਾਂ ਨੇ ਚੱਕਿਆ। ਔਰ ਕਸ਼ਮੀਰ ਦੇ ਵਿੱਚ ਇੱਕ ਮਾਤਾ ਹੈ, ਹਰਗੋਬਿੰਦ ਸਾਹਿਬ ਨੂੰ ਬੜਾ ਯਾਦ ਕਰਦੀ ਹੈ। ਉਹਦਾ ਕਿਤੇ ਬੱਚਾ ਗੁਰਸਿੱਖ ਬਣ ਕੇ ਗਿਆ ਸੀ ਉਹਨਾਂ ਕੋਲੋਂ। ਮਾਤਾ ਕਹਿੰਦੀ ਮੈਨੂੰ ਵੀ ਐਸਾ ਗੁਰੂ ਮਿਲਾ ਦੇ। ਪਾਤਸ਼ਾਹ ਬੱਚਾ ਕਹਿਣ ਲੱਗਿਆ ਮਾਤਾ ਆਪੇ ਘਰੇ ਹੀ ਆਊਗਾ, ਹੁਣ ਤੂੰ ਬੁੱਢੀ ਹੋਈ ਹੈ, ਪਹਾੜਾਂ ਦਾ ਇਲਾਕਾ, ਮੈਂ ਤੈਨੂੰ ਕਿਵੇਂ ਲੈ ਕੇ ਜਾਵਾਂ, ਇੱਥੇ ਹੀ ਆ ਜਾਊਗਾ, ਯਾਦ ਕਰਿਆ ਕਰ। ਪਾਤਸ਼ਾਹ ਨੂੰ ਜਾਣਾ ਪਿਆ ਕਸ਼ਮੀਰ ਦੇ ਇਲਾਕੇ 'ਚ। ਮਾਈ ਨੂੰ ਮਿਲੇ, ਉਹਦੀ ਭਾਵਨਾ ਪੂਰੀ ਕੀਤੀ, ਆਖਰੀ ਸਵਾਲ ਕੀਤਾ, ਹੋਰ ਮਾਤਾ ਦੱਸ ਕੋਈ ਹੋਰ ਇੱਛਾ? ਕਹਿੰਦੀ ਜਦੋਂ ਮੈਂ ਸਰੀਰ ਛੱਡਾਂ ਤੇ ਮੇਰਾ ਸਿਰ ਤੁਹਾਡੇ ਚਰਨਾਂ 'ਚ ਪਿਆ ਹੋਵੇ। ਕਹੋ ਸਤਨਾਮ। ਅੱਛਾ, ਫਿਰ ਹੋਰ ਰਹਿੰਦੇ ਆ 5-7 ਦਿਨ। ਫਿਰ ਪਾਤਸ਼ਾਹ ਨੂੰ ਉਹਨਾਂ ਦੇ ਸਰੀਰ ਛੱਡਣ ਤੱਕ ਰਹਿਣਾ ਪਿਆ ਉੱਥੇ। ਔਰ ਰਹਿਣ ਤੋਂ ਬਾਅਦ ਇੱਕ ਦਿਨ ਫਿਰ ਜਦੋਂ ਪ੍ਰਸ਼ਾਦਾ ਪਾਣੀ ਛਕਾ ਕੇ ਪਾਤਸ਼ਾਹ ਜੀ ਨੂੰ ਸਾਹਮਣੇ ਬੈਠੀ ਵਿਚਾਰਾਂ ਚੱਲ ਰਹੀਆਂ, ਪਾਤਸ਼ਾਹ ਕਹਿੰਦੇ ਮਾਈ ਟਾਈਮ ਹੋ ਗਿਆ ਤੇਰਾ, ਹੁਣ ਕਰ ਜੋ ਕਰਨਾ ਹੈ। ਮਾਤਾ ਨੇ ਮੱਥਾ ਟੇਕਿਆ, ਪਾਤਸ਼ਾਹ ਚਰਨਾਂ ਸੀਸ ਰੱਖਿਆ। ਪਾਤਸ਼ਾਹ ਨੇ ਆਪਣੀ ਬੁੱਕਲ ਵੀ ਸਿਰ ਲਿਆ ਮਾਤਾ ਦਾ, ਉੱਥੇ ਪ੍ਰਾਣ ਨਿਕਲ ਗਏ। ਕਹੋ ਸਤਨਾਮ ਸ੍ਰੀ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੀ, ਜਿੰਦੋ ਕੋ ਸਮਝਾਏ। ਬਾਬਾ ਫਰੀਦ ਕਹਿੰਦਾ ਸਮਝਾ ਲਓ ਆਪਣੇ ਆਪ ਨੂੰ, ਮਨ ਲਿਖਾਏ ਮੰਡਲ ਮੇਂ ਆਏ, ਮਨ ਲਿਖਾਏ ਆਏ ਨਹੀਂ ਰਹਿਣਾ ਨਹੀਂ ਜਾਣਾ ਹੈ ਆਪਾਂ ਇੱਥੋਂ। ਇਹ ਆਪਣਾ ਦੇਸ਼ ਨਹੀਂ ਹੈ, ਆਪਣਾ ਦੇਸ਼ ਕੋਈ ਹੋਰ ਹੈ, ਤਾਂ ਪੇਕੇ ਆ। ਤੇ ਕਿਹੜੀ ਬੱਚੀ ਹੈ ਜਿਹੜੀ ਸਹੁਰੇ ਨਹੀਂ ਜਾਊਗੀ? ਕਹੋ ਸਤਨਾਮ ਸ੍ਰੀ। ਜਾਣਾ ਪੈਣਾ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਾਬਾ ਫਰੀਦ ਜੀ ਕਹਿੰਦੇ ਜਿੰਦੂ ਕੋ ਸਮਝਾਏ, ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪਰਨਾਏ। ਤੇ ਇੱਕ ਦਿਨ ਵਿਆਹੁਣ ਵਾਲਾ ਆਊਗਾ ਮੌਤ ਰੂਪੀ ਲਾੜਾ, ਤੇ ਤੈਨੂੰ ਪਰਨਾ ਕੇ ਲੈ ਜਾਵੇਗਾ, ਸਰੀਰ ਚੋਂ ਕੱਢ ਕੇ, ਜਿਵੇਂ ਪੇਕਿਆਂ ਦੇ ਵਿੱਚੋਂ ਬੱਚੀ ਨੂੰ ਵਿਆਹ ਕਰਕੇ ਲੜਕਾ ਆਪਣੇ ਨਾਲ ਲੈ ਜਾਂਦਾ। ਭਾਵੇਂ ਉਹ ਬਰਾਗ ਵਿੱਚ ਰੋਂਦੀ ਹੈ, ਜਿੰਨਾ ਮਾਂ ਪਿਓ ਕੋਲੇ 20-25 ਸਾਲ ਰਹੀ ਆ, ਪਰ ਹਿਰਦੇ ਦੇ ਕਿਸੇ ਖੂੰਜੇ ਵਿੱਚ ਖੁਸ਼ੀ ਵੀ ਹੁੰਦੀ ਹੈ ਕਿ ਹੁਣ ਮੇਰਾ ਘਰ ਬਣ ਗਿਆ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਸਿੱਖ ਨੂੰ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ, ਮੌਤ ਦੀ ਸਮਝ ਆ ਜਾਂਦੀ ਹੈ, ਫਿਰ ਉਹ ਰੋਂਦਾ ਵੀ ਨਹੀਂ ਗਾ। ਉਹ ਤਾਂ ਅਣਜਾਣ ਹੈ ਨਾ ਬੱਚੀ, ਉਹ ਸੰਸਾਰੀ ਉਦਾਹਰਨ ਹੈ, ਪਰ ਫਿਰ ਰੋਂਦਾ ਨਹੀਂ ਗਾ। ਹੱਸਦੇ ਉਹ ਸਰੀਰ ਛੱਡਦਾ, ਬਲਕਿ ਦੂਜਿਆਂ ਨੂੰ ਕਹਿੰਦਾ ਰੋਇਓ ਨਾ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਇਆ।
ਰੋਣ ਦੀ ਕੀ ਲੋੜ ਹੈ? ਮੈਂ ਆਪਦੇ ਘਰੇ ਜਾ ਰਿਹਾ, ਮਾਲਕ ਵਿੱਚ ਮਿਲ ਰਿਹਾ ਯਾਰ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਇਆ, ਮਿੱਤ ਪਹਿਜੈ ਮਿੱਤ ਬਿਗਸੈ। ਮਿੱਤ ਪਹਿਜੈ, ਇੱਕ ਮਿੱਤਰ ਸਾਡਾ ਗੁਰੂ, ਅਸੀਂ ਗੁਰੂ ਦੇ ਮਿੱਤਰ, ਗੁਰੂ ਸਾਡਾ ਮਿੱਤਰ, ਇਹ ਗੁਰੂ ਦਾ ਮਿੱਤਰ ਪਰਮੇਸ਼ਰ। ਕਹਿੰਦੇ ਸਿੱਖੋ ਮਿੱਤਰੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਮਿੱਤਰ ਪਰਮੇਸ਼ਰ ਦੇ ਵਿੱਚ ਮਿਲ ਜਾਵੇ, ਜੇ ਤੁਸੀਂ ਮੇਰੀ ਖੁਸ਼ੀ ਲੈਣੀ ਚਾਹੁੰਦੇ ਹੋ, ਮਿੱਤ ਪਹਿਜੈ ਮਿੱਤ ਬਿਗਸੈ। ਜੇ ਤੁਸੀਂ ਚਾਹੁੰਦੇ ਹੋ ਮਿੱਤ ਕੀ ਪੈਜ ਭਾਵੇ, ਮੇਰੀ ਲਾਜ ਰਹਿ ਜਾਵੇ ਮੇਰੇ ਮਾਲਕ ਦੇ ਕੋਲ, ਚਾਹੁੰਦੇ ਹੋ? ਹਾਂਜੀ ਹਾਂਜੀ। ਮਿੱਤ ਪਹਿਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਵੇ। ਫਿਰ ਰੋਇਓ ਨਾ, ਨਹੀਂ ਤਾਂ ਮੇਰਾ ਮਾਲਕ ਕਹੂਗਾ ਕੀ ਚੱਕ ਲਿਆ ਉਹਨਾਂ ਦਾ ਤੂੰ। ਕੋਈ ਸਤਨਾਮ ਸ੍ਰੀ। ਗੁਰਮਤਿ ਵਿੱਚ ਰੋਣਾ ਗੁਰੂ ਪਿਆਰੋ, ਇਹਦੇ ਪਿੱਛੇ ਤੇ ਪਾਤਸ਼ਾਹ ਨੇ ਬਹੁਤ ਕਿਹਾ ਵੀ ਰੋਣਾ ਨਹੀਂ ਚਾਹੀਦਾ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਹਾਂ ਬੈਠ ਕੇ ਪ੍ਰਿੰਸ ਸਿਫਤ ਕਰਿਓ ਤਾਂ ਕਿ ਕਹੇ ਵੀ ਠੀਕ ਹੈ ਬੱਚਾ, ਤੂੰ ਇਹ ਜਨਤਾ ਨੂੰ ਮੇਰੇ ਨਾਲ ਜੋੜ ਕੇ ਆਇਆ, ਧੰਨਵਾਦ ਤੇਰਾ। ਕੋ ਸਤਨਾਮ ਸ੍ਰੀ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਇਆ, ਇਹ ਮੈਨੂੰ ਚੰਗਾ ਨਹੀਂ ਲੱਗਦਾਗਾ। ਤੂੰ ਇਸ ਕਰਕੇ ਇਹ ਤਾਂ ਫਿਰ ਉਹੀ ਨਹੀਂ ਰੋਂਦਾ ਜਿਹਨੂੰ ਸਮਝ ਆ ਗਈ। ਪ੍ਰੀਤਮ ਜੀ ਕਹਿੰਦੇ, ਮਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਨਾ। ਇੱਥੇ ਰਹਿੰਦੇ ਹੋਏ ਵੀ ਹਰੀ ਦੀ ਸ਼ਰਨ ਵਿੱਚ ਰਹੋ। ਜਿਵੇਂ ਕਿਸੇ ਬੱਚੀ ਦਾ ਪਤੀ ਫੌਜ ਵਿੱਚ ਹੈ, ਦੂਰ ਗਿਆ, ਆਪਣੇ ਘਰ ਵਿੱਚ ਰਹਿੰਦੀ ਹੋਈ ਮਾਲਕ ਦੀ ਯਾਦ ਵਿੱਚ ਸਮਾਂ ਬਤੀਤ ਕਰਦੀ ਆ। ਕੋ ਸਤਨਾਮ ਸ੍ਰੀ। ਉਸੇ ਤਰ੍ਹਾਂ ਹੀ ਇੱਥੇ ਰਹਿੰਦੇ ਹੋਏ ਹਰੀ ਜਪ ਜਾਪ ਜਪਦੇ ਹੋਏ ਹਰੀ ਨੂੰ, ਰਹਿਣ ਦੁਨੀਆ ਵਿੱਚ ਰਹੋ, ਹਰ ਸਰਨ ਹਰੀ ਦੀ ਸ਼ਰਨ ਨੂੰ ਪ੍ਰਾਪਤ ਹੋਵੋਗੇ। ਜੇ ਇੱਥੇ ਯਾਦ ਕਰਾਂਗੇ ਤੇ ਇੱਥੇ ਯਾਦ ਗੁਰੂ ਕਰਾਉਂਦਾ ਸਾਨੂੰ। ਕੋਈ ਸਤਨਾਮ ਸੀ, ਨਹੀਂ ਤਾਂ ਸਾਨੂੰ ਅਕਲ ਹੀ ਨਹੀਂ ਸੀਗੀ। ਦੁਨੀਆ ਦਾ ਗੁਰੂ ਪਿਆਰੋ ਨਦੀਆਂ ਨਾਲਿਆਂ ਨੂੰ, ਗੰਗਾ ਜਮਨਾ ਆਦਿ ਤੀਰਥਾਂ ਨਦੀਆਂ ਨੂੰ ਰੱਬ ਮੰਨ ਕੇ ਬੈਠੀ ਸੀ, ਜਾਂ ਪਸ਼ੂਆਂ ਪੰਛੀਆਂ ਨੂੰ ਰੱਬ ਮੰਨ ਕੇ ਬੈਠੀ ਸੀ। ਤਾਂ ਕਹਿੰਦੇ ਦੁਸ਼ਹਿਰੇ ਵਾਲੇ ਦਿਨ ਜੇ ਗਰੜ ਪੰਛੀ ਮਿਲ ਜੇ ਨਾ, ਬੜਾ ਚੰਗੇ ਭਾਗ ਹੁੰਦੇ ਆ। ਬ੍ਰਾਹਮਣਾਂ ਦੀਆਂ ਬਣਾਈਆਂ ਹੋਈਆਂ ਗੱਲਾਂ। ਦੁਸ਼ਹਿਰੇ ਦਾ ਦਿਨ ਆ ਗਿਆ, ਜ਼ਿਮੀਂਦਾਰ ਪਾਣੀ ਲਾਉਣ ਗਿਆ, ਗਰੜ ਪੰਛੀ ਮਰਿਆ ਹੋਇਆ ਮਿਲ ਗਿਆ। ਕਹੋ ਸਤਨਾਮ ਸੀ। ਖੇਸ ਦੀ ਬੁੱਕਲ ਮਾਰੀ ਆ, ਚੱਕ ਲਿਆਇਆ, ਸਿੱਧਾ ਪੰਡਤ ਦੇ ਘਰੇ ਵੱਜਿਆ, ਕਹੀ ਮੋਢੇ ਤੇ ਆ। ਪੰਡਤ ਜੀ ਜੇ ਭਲਾ ਅੱਜ ਗਰੜ ਪੰਛੀ ਮਿਲ ਜੇ ਤਾਂ ਫਿਰ ਕਹਿੰਦੇ ਜੀ ਵਾਹ ਵਾਹ, ਫਿਰ ਤਾਂ ਬਾਰੇ ਨਿਆਰੇ ਆ ਭਾਈ ਤੇਰੇ। ਅੱਛਾ ਮਹਾਰਾਜ, ਤੇ ਜੇ ਮਰਿਆ ਹੋਇਆ ਮਿਲ ਜੇ, ਮਰਿਆ ਹੋਇਆ ਮਿਲ ਜੇ ਤਾਂ ਬਹੁਤ ਮਾੜੇ ਭਾਗ ਆ। ਫਿਰ ਤਾਂ ਮਾੜੇ ਦਿਨ ਸ਼ੁਰੂ ਹੋ ਗਏ। ਤੇ ਕੱਢ ਕੇ ਖੇਸ ਦੀ ਬੁੱਕਲ ਚੋਂ ਸਾਹਮਣੇ ਸਿੱਟ ਤਾਂ ਕਹਿੰਦਾ ਪਹਿਲਾਂ ਤੂੰ ਦੇਖ, ਪਹਿਲਾਂ ਤੇਰੇ ਭਾਗ ਦੱਸ ਉਹਨੂੰ, ਮਾੜੇ ਅੱਗੇ ਚੰਗੇ ਆ। ਕੋ ਸਤਨਾਮ ਸੀ। ਫਿਰ ਬ੍ਰਾਹਮਣ ਕੀ ਕਹੇ ਵਿਚਾਰਾ। ਇਸ ਕਰਕੇ ਸਤਿਗੁਰਾਂ ਨੇ ਮੌਤ ਨੂੰ ਦੱਸ ਦਿੱਤਾ ਵੀ ਮੌਤ ਆ ਚੀਜ਼ ਹੈ। ਬ੍ਰਾਹਮਣਾਂ ਨੇ ਹਊਆ ਬਣਾਤਾ, ਬ੍ਰਾਹਮਣਾਂ ਨੇ ਨਰਕ ਸੁਰਗ ਦਾ ਹਊਆ ਬਣਾਤਾ, ਬ੍ਰਾਹਮਣਾਂ ਨੇ ਪਾਪ ਪੁੰਨ ਦਾ ਹਊਆ ਬਣਾਤਾ, ਗਿਆਨ ਨਹੀਂ ਦਿੱਤਾ ਮਨੁੱਖ ਨੂੰ। ਤੇ ਕਬੀਰ ਸਾਹਿਬ ਜੀ ਕਹਿੰਦੇ, ਨਰਕ ਸੁਰਗ ਹਮ ਦੋ ਰਾਦੇ। ਸਾਨੂੰ ਨਾ ਨਰਕਾਂ ਤੋਂ ਖਤਰਾ ਹੈ ਤੇ ਨਾ ਸੁਰਗਾਂ ਦੀ ਲੋੜ ਹੈ। ਆਹੀ ਲਾਟਰੀ ਪਾਉਣ ਵਾਲੀ ਗੱਲ ਹੀ ਹੈ ਨਾ। ਲਾਟਰੀ ਵਾਲੇ ਵੀ ਤਾਂ ਇਹੀ ਕਹਿੰਦੇ ਨਾ, ਤੁਹਾਨੂੰ 5 ਕਰੋੜ ਆ ਜਾਊਗਾ, 100 ਰੁਪਇਆ ਦਿਓ। ਅਸੀਂ ਲਾਲਚ ਵਿੱਚ ਹੀ ਦਿੰਦੇ ਹਾਂ, ਉਹ ਕਿੱਥੇ ਦਿੰਦੇ ਹਾਂ ਕਿਸੇ ਨੂੰ ਰੁਪਈਆ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹਨਾਂ ਨੇ ਸਾਨੂੰ ਚੱਕਰਾਂ ਵਿੱਚ ਪਾਇਆ ਤੇ ਗੁਰੂ ਸਾਹਿਬ ਨੇ ਇਹਨਾਂ ਚੱਕਰਾਂ ਚੋਂ ਕੱਢਿਆ। ਮੌਤ ਤੋਂ ਡਰਨਾ ਨਹੀਂ, ਮੌਤ ਅਟਲ ਸੱਚਾਈ ਹੈ। ਬਲਕਿ ਮੌਤ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਨਾ ਸ਼ੁਰੂ ਕਰ ਲਓ, ਤਾਂ ਕਿ ਮੌਤ ਵੇਲੇ ਤੁਸੀਂ ਉਹਨੂੰ ਯਾਦ ਕਰਦੇ ਸਰੀਰ ਛੱਡੋ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਸਰ ਆਪਣਾ। ਭਗਤ ਤਲੋਚਨ ਜੀ ਕਹਿੰਦੇ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਬਾਦਤ ਤਲੋਚਨ। ਤਲੋਚਨ ਜੀ ਕਹਿੰਦੇ ਆ, ਤੇ ਨਰ ਉਹ ਜੀਵ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ। ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੇ ਵਸੇ। ਉਹ ਜੀਵ ਮੁਕਤ ਪੀਤੰਬਰ ਸੁਨਹਿਰੀ। ਪਰਮੇਸ਼ਰ ਦਾ ਰੂਪ ਕੋਈ ਨਹੀਂ, ਉਹ ਜੋਤ ਹੈ, ਉਹ ਸੁਨਹਿਰੀ ਹੈ। ਇਸ਼ਾਰੇ ਮਾਤਰ
ਹਰਿਮੰਦਰ ਸਾਹਿਬ ਦੇ ਅੰਦਰ ਬਾਹਰ ਪੀਲਾ ਸੁਨਹਿਰੀ ਕਲਰ ਹੈ, ਸੋਨਾ ਹੀ ਲੱਗਿਆ ਹੋਇਆ। ਤੋ ਸੁਨਹਿਰੀ ਦਾ ਮਤਲਬ ਇਹ ਪਰਮੇਸ਼ਰ ਦਾ ਇੱਕ ਨਿਸ਼ਾਨੀ ਆ। ਕਹੋ ਸਤਨਾਮ ਸ੍ਰੀ। ਜੋਤ ਸੁਨਹਿਰੀ ਆ, ਅੱਗ ਸੁਨਹਿਰੀ ਆ, ਪਰਮੇਸ਼ਰ ਸੁਨਹਿਰੀ ਆ। ਇੱਥੇ ਕਰਕੇ ਪੀਤ ਅੰਬਰ, ਪੀਤ ਪੀਲੇ, ਅੰਬਰ ਕੱਪੜੇ, ਜੋ ਪੀਲੇ ਸਰੂਪ ਵਾਲਾ ਹੈ। ਕਹੋ ਸਤਨਾਮ। ਜੋ ਸੁਨਹਿਰੀ ਸਰੂਪ ਵਾਲਾ ਪਰਮੇਸ਼ਰ ਹੈ, ਜੈ ਝਿਲਮਿਲ ਕਾਰਜ ਸੰਤਾ, ਉਹਦੇ ਦਰ ਦੇ ਉੱਤੇ ਝਿਲਮਿਲ ਹੋ ਰਹੀ ਆ। ਦੀਵਾਲੀ ਤੇ ਜਦੋਂ ਰੌਸ਼ਨੀ ਹੁੰਦੀ ਹੈ ਹਰਿਮੰਦਰ ਸਾਹਿਬ, ਫਿਰ ਕਿਆ ਨਜ਼ਾਰਾ। ਦੀਵਾਲੀ ਅੰਮ੍ਰਿਤਸਰ ਦੀ ਤੇ ਰੋਟੀ ਖਾਈਏ ਘਰ ਦੀ। ਕਹੋ ਸਤਨਾਮ ਸ੍ਰੀ। ਤੂੰ ਇਸ ਕਰਕੇ ਪੀਤੰਬਰ ਵਾਕਰ ਇਹਦੇ ਵਸੇ, ਉਹਦੇ ਅੰਦਰ ਉਹ ਪਰਮੇਸ਼ਰ ਰੂਪੀ ਜੋਤ ਵਸ ਜਾਂਦੀ ਹੈ ਤੇ ਉਹ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ। ਇਸ ਕਰਕੇ ਹਰ ਜਪ ਜਾਪ, ਜਿੰਨਾ ਤੇਰੇ ਕੋਲੇ ਜ਼ਿੰਦਗੀ ਹੈ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਇਹਨੂੰ ਜਪਦੇ ਜਪਦੇ ਪਹਿਲਾਂ ਉੱਚੀ ਸ਼ੁਰੂ ਕਰੋ। ਉੱਚੀ ਕਿਉਂ ਬੋਲਣਾ ਭਲਾ? ਕਿਉਂਕਿ ਅੰਦਰ ਪੰਜਾਂ ਵਿਕਾਰਾਂ ਦਾ ਰੌਲਾ ਵੀ ਉੱਚੀ ਆ। ਉੱਚੇ ਰੌਲੇ ਨੂੰ ਉੱਚੀ ਬੋਲ ਕੇ ਕੱਟਿਆ ਜਾ ਸਕਦਾ। ਕਹੋ ਸਤਨਾਮ। ਜਦੋਂ ਅਸੀਂ ਉੱਚੀ ਬੋਲ ਕੇ ਜਪਦੇ ਹਾਂ ਤੇ ਉਹ ਵਿਚਾਰੇ ਥੱਕ ਜਾਂਦੇ ਆ ਵੀ ਸਾਡੀ ਤਾਂ ਗੱਲ ਨਹੀਂ ਸੁਣਦਾ ਹੁਣ ਇਹ, ਫਿਰ ਚੁੱਪ ਕਰਨਾ ਸ਼ੁਰੂ ਕਰ ਦਿੰਦੇ ਆ। ਜਿਵੇਂ ਜਿਵੇਂ ਅੰਦਰਲੇ ਵਿਕਾਰ ਚੁੱਪ ਕਰਦੇ ਜਾਣਗੇ, ਤੁਸੀਂ ਹੌਲੇ ਹੁੰਦੇ ਜਾਓਗੇ ਆਟੋਮੈਟਿਕਲੀ, ਤੇ ਇੱਕ ਦਿਨ ਉਹ ਖੜਕਾ ਖਤਮ ਹੋ ਜਾਊਗਾ। ਫਿਰ ਤੁਸੀਂ ਬਹੁਤ ਹੌਲੀ ਜਪ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਆਤਮਾ ਦੀ ਆਵਾਜ਼ ਤੁਹਾਨੂੰ ਸੁਣਾਈ ਦੇਣ ਲੱਗ ਜਾਊਗੀ ਜਪਦੇ ਜਪਦੇ, ਤੇ ਇੱਕ ਦਿਨ ਤੁਸੀਂ ਜਪਦੇ ਜਪਦੇ ਚੁੱਪ ਕਰਕੇ ਉਹਦੀ ਗੱਲ ਸੁਣ ਵੀ ਸਕਦੇ ਹੋ ਅੰਦਰੋਂ। ਕਿਉਂਕਿ ਮੌਤ ਵੇਲੇ ਵੀ ਐਸੀ ਹੀ ਅਵਸਥਾ ਆਉਣੀ ਹੈ, ਉਦੋਂ ਬੋਲਿਆ ਨਹੀਂ ਜਾਣਾ। ਕਫ ਕੰਠ ਵਿਰੋਧੋ ਨੈਣੋ ਨੀਰ ਢਰੇ, ਉਦੋਂ ਇਹ ਵਾਹਿਗੁਰੂ ਸ਼ਬਦ ਸੁਰਤ ਵਿੱਚ ਚਲਿਆ ਜਾਣਾ। ਕਹੋ ਸਤਨਾਮ ਸ੍ਰੀ। ਫਿਰ ਸੁਰਤ ਸ਼ਬਦ ਨਾਲ ਜੁੜ ਜਾਣੀ ਆ। ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ, ਅਕਥ ਕਹਾਣੀ। ਅੱਗੇ ਗੱਲ ਅਕਥ ਹੈ, ਭਾਵੇਂ ਜੀ ਫਿਰ ਪਰਮੇਸ਼ਰ ਦੇ ਵਿੱਚ ਮਿਲ ਜਾਂਦਾ। ਉਹ ਕਹਿਣ ਤੋਂ ਪਰੇ ਹੈ। ਬਹੁਤ ਕਹਿਣ ਵਾਲੇ ਆਏ ਤੇ ਚਲੇ ਗਏ, ਕਹਿੰਦੇ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ, ਮਹਾਰਾਜ ਤੇਰੇ ਵਰਗਾ ਕੋਈ ਨਹੀਂ ਹੈਗਾ। ਕਹਿਣ ਵਾਲੇ ਬਹੁਤ ਆਏ ਤੇ ਬਹੁਤ ਚਲੇ ਗਏ। ਹਰ ਜਪ ਜਾਪ ਰਹਿਣ ਹਰ ਸਰਨਾ, ਆਓ ਹਰੀ ਨੂੰ ਜਪੀਏ। ਦੁਨੀਆ ਤਾਂ ਰਹਿਣਾ ਨਹੀਂ ਗਿਆ, ਮੌਤ ਤੋਂ ਡਰੋ ਨਾ, ਮੌਤ ਤੋਂ ਡਰ ਕੇ ਭੱਜੋ ਨਾ। ਇਹ ਅਟਲ ਸੱਚਾਈ ਹੈ। ਜਾਪ ਸ਼ੁਰੂ ਕਰ ਦਿਓ। ਹਰ ਜਪ ਜਾਪ ਰਹਿਣ ਹਰ ਸਰਨਾ, ਇਉਂ ਜਪਦੇ ਜਪਦੇ ਹਰੀ ਦੇ ਨਾਲ ਜੁੜ ਜਾਵਾਂਗੇ। ਧੰਨ ਗੁਰੂ ਨਾਨਕ ਦੇਵ ਕਰਤਾਰਪੁਰ ਸਾਹਿਬ ਉਹ ਕੱਚੇ ਕੋਠੇ ਦੇ ਵਿੱਚ ਲੰਬਾ ਪੈ ਕੇ ਸਰੀਰ ਛੱਡਿਆ। ਥੋੜ੍ਹੇ ਚਿਰ ਬਾਅਦ ਸੰਗਤਾਂ ਨੇ ਕਿਹਾ, ਕਿਉਂਕਿ ਬਹੁਤ ਸਾਰੇ ਮੁਸਲਮਾਨ ਵੀਰ ਵੀ ਪਾਤਸ਼ਾਹ ਦੇ ਪਿਆਰੇ ਆ। ਉਸ ਵੇਲੇ ਦੋ ਫਿਰਕੇ ਸੀਗੇ, ਇੱਕ ਹਿੰਦੂ ਇੱਕ ਮੁਸਲਮਾਨ, ਤੀਸਰੇ ਅਸੀਂ ਸਿੱਖ ਪੈਦਾ ਹੋ ਗਿਆ। ਤਾਂ ਉਹ ਸਾਰੇ ਗੁਰੂ ਪਿਆਰੇ ਕਹਿ ਰਹੇ ਨੇ, ਸਿੱਖ ਕਹਿ ਰਹੇ ਆ ਕਿ ਅਸੀਂ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਸਾਡਾ ਪੀਰ ਹੈ, ਤਾਂ ਕਬਰ ਬਣਾਵਾਂਗੇ, ਦਫਨਾਵਾਂਗੇ, ਪੂਜਿਆ ਕਰਾਂਗੇ। ਬਾਬਾ ਬੁੱਢਾ ਜੀ ਸਭ ਨੂੰ ਸ਼ਾਂਤ ਕਰਾ ਰਹੇ ਆ। ਰੌਲਾ ਪੈ ਗਿਆ, ਰੋਣ ਲੱਗ ਪਏ ਸਾਰੇ ਬਾਹਰ। ਕੁਝ ਬੈਠੇ, ਬਾਬਾ ਜੀ ਸਾਨੂੰ ਛੱਡ ਕੇ ਚਲੇ ਗਏ। ਬਾਬਾ ਜੀ ਕਹਿੰਦੇ ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਰੌਲਾ ਪੈਣ ਤੋਂ ਬਾਅਦ, ਰੋਣ ਤੋਂ ਬਾਅਦ ਲੜਾਈ ਆਪਣਾ ਜਦਾਈ ਹੋ ਗਈ। ਬਾਬਾ ਬੁੱਢਾ ਜੀ ਕਹਿੰਦੇ ਉਹ ਬਾਬੇ ਨਾਨਕ ਨੂੰ ਪੁੱਛ ਲੈਂਦੇ ਆ ਕੀ ਕਰੀਏ। ਹੁਣ ਵੀ ਦੱਸ ਦੇਣਗੇ, ਉਹ ਤਾਂ ਜੋਤੀ ਜੋਤ ਸਮਾ ਗਏ। ਕਹਿੰਦੇ ਨਹੀਂ ਉਹ ਹਮੇਸ਼ਾ ਹੀ ਆ। ਜਦੋਂ ਅੰਦਰ ਗਏ ਬਾਬਾ ਬੁੱਢਾ ਜੀ ਤੇ ਹੋਰ ਦੋ ਚਾਰ ਸਿੱਖ ਨਾਲ ਗਏ, ਚਾਦਰ ਚੱਕ ਕੇ ਵੇਖਦੇ ਆ, ਉੱਥੇ ਉਤਲੀ ਚਾਦਰ ਹੇਠਲੀ ਚਾਦਰ ਦੋਨੇ ਪਈਆਂ, ਸਰੀਰ ਹੀ ਗਾਇਬ ਕਰਤਾ। ਇਹ ਚੱਕਰ ਹੀ ਖਤਮ ਕਰਤਾ। ਕਿਉਂਕਿ ਉਹ ਤਾਂ ਸਾਰਿਆਂ ਦਾ ਕਿਹਨੂੰ ਗੁੱਸੇ ਕਰੇ ਤੇ ਕਿਹਨੂੰ ਰਾਜੀ ਕਰੇ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਾਤਸ਼ਾਹ ਨੇ ਸਰੀਰ ਹੀ ਗਾਇਬ ਕਰ ਦਿੱਤਾ ਆਪਣਾ। ਉਸ ਤੋਂ ਬਾਅਦ ਸਾਰੇ ਸਰੀਰਾਂ ਨੇ ਹੀ ਲਗਭਗ ਇਸ ਤਰ੍ਹਾਂ ਸਰੀਰ ਤਿਆਗਣਾ ਕੀਤਾ। ਛੇਵੇਂ ਪਾਤਸ਼ਾਹ ਜੀ ਇੱਕ ਕਮਰੇ ਵਿੱਚ 10 ਦਿਨ ਬੈਠੇ ਰਹੇ ਤੇ ਉਹ ਸਿੱਖਾਂ ਨੂੰ ਕਹਿਤਾ ਵੀ 10 ਦਿਨ ਕਮਰਾ ਨਹੀਂ ਖੋਲ੍ਹਣਾ ਤੁਸੀਂ। ਕਹੋ ਸਤਨਾਮ ਸ੍ਰੀ। ਬਾਬਾ ਅਟਲ ਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ, ਪੁੱਤਰਾ ਤੂੰ ਗਲਤ ਕੀਤਾ, ਅਸੀਂ ਰੱਬ ਦਾ ਸ਼ਰੀਕ ਨਹੀਂ ਬਣਨਾ, ਕਿਸੇ ਮੁਰਦੇ ਨੂੰ ਜਿਉਂਦਾ ਨਹੀਂ ਕਰਨਾ। ਹੁਣ ਉਹਦੇ ਥਾਂ ਤੇ ਜਾਂ ਤੂੰ ਸਰੀਰ ਤਿਆਗ ਜਾਂ ਮੈਂ ਤਿਆਗੂੰਗਾ।
बाबा लाल राय जी कहने लगे जी फिर मेरी गलती है, मैं ही त्याग देना। ठीक आ। ते बीबी कौला वाले सरोवर के किनारे ते जा बैठे, जपजी साहब का पाठ किया। छोटी उम्र है बहुत, पर बचपन तो ही गुरु घर की वह वंश है। गुरु प्यारिओ, गुरु घर दे विच जन्म लिया ते जपजी साहब का पाठ करके उत्तर चादर लई लंबे पए ते शीश त्यागता। को सतनाम। उन्होंने मरना सिखाया गुरु ने सारिਆਂ ਨੂੰ, सानू भी सिखाया। आ बाणी सिखा रही है, सिख लो किवें मरना। जिउंदे मरना, पहला पहला जिउंदे मरना सीखना है, फिर गुरु वाले बन के मुड़ के जिउंदा होना है। फिर जदों मौत आऊगी फिर फिक्र नहीं, उसका खतरा नहीं है, जदों मर्जी ले जे। प्रीतम जी कहते रहन हर सरना रहाओ, सतगुर मिले तो दुबदा भागै। जदों गुरु वाला बनेगा ना फिर तेरे अंदर जी फिक्र है, दुबदा है, की करा की ना करा। ये दुबदा गुरु खत्म करेगा। जदों अंदरों दुबदा खत्म हो गई फिर बंदा खुश हो जाता। तुसी किसी मोड़ ते जाके रस्ता भुल गए, उतों 3 4 या 2 रस्ते बन गए, तुसी दुबदा च पै गए ना, पता नहीं यार इधर जाना कि इधर जाना। जदों ही किसी जानकार तो उसी पूछ लिया भी यार मैं फलाने पास जाना, रस्ता दसता, तो चिंता खत्म हो गई ना। उस तरह ही गुरु भी साड़ी दुबदा खत्म करदा। को सतनाम श्री सतगुर मिले तो दुबदा भागै। कमल विगास हिरदा खिड़ जाता है। हिरदा कमल भी है, थले 4 पंखड़ियां का कमल है, फिर उदों उतला 8 पंखड़ियां का कमल है, नाभि 16 पंखड़ियां का कमल है। इस जगह के उत्ते फेफड़ियां के विचाले कमल है, ये 32 पंखड़ियां का कमल है। इसनों हिरदा कमल कहते आ। कंठ कमल है, ये 64 पंखड़ियां का कमल दसिया सियाणियां ने, ब्रह्म ज्ञानियां ने। और एक मत्थे विच कमल है, सहस्रार कमल। यह गुरु प्यारिओ सहस्रार 1000 पंखड़ियां का कमल है। ये मत्था भाव दिमाग साडा ये 1000 ही है। मतलब तुसी अज के हिसाब नाल सोच लो भी कंप्यूटर विच किन्ने फंक्शन खुलते आ। बनाया तो बंदे है ना, फिर बंदे विच किन्ने फंक्शन हो सकते हैं। इनू पंखड़ियां कहते हैं ब्रह्म ज्ञानी। को सतनाम सी बंदे के दिमाग च किन्ने फंक्शन खुल सकते हैं। जिस बंदे ने कंप्यूटर बनाया तो सानू कंप्यूटर का नहीं समझ आ रहा आम बंदे नूं भी इह किन्ना कुछ खोल सकते हैं। कोई सैड खोल लो उही गाहां नूं होर बेअंत खोल दिंदी है। जिवें थल्ले एक मुੱਢ है, उत्ते 2 डाणे हैं, 4 डाणे हैं, डाणियां पत्ते टाणियां, पता नहीं किन्ना कुछ बन गया। इस तरह ही मनुख के दिमाग विच भी एक परमेश्वर रूपी विराट दरख्त है। कहो सतनाम श्री सहस्रार चक्कर, 1000 पंखड़ियां का चक्कर, जिहदे विचों पता नहीं किन्ने फंक्शन खुल सकते हैं। जिधर मर्जी चल पो उधर ही खुलता जाएगा। किन्ने काम है, किन्ने धंधे है दुनिया में, डॉक्टरी मास्टरी, गुरु प्यारे वर्कशापां, खराद लोहे की लकड़ की, पता नहीं किन्नियां मैं किन्नी गिनती करा। किन्ने मनुख के काम है तो किन्ने तरह के मनुख काम करता है। लेकिन मनुख तो एको ही है ना, दिमाग तो एक तरह का ही आ, लेकिन बिच की कुछ पिया। प्रीतम जी कहते कमल विगास मन हर प्रभ लागै। जदों तुसी गुरु नूं मिल पे ना, गुरु ने सोडी मौत का खतरा खत्म कर देना। इसे करके तो जंग के मैदान में सिंह जब तलवार चलाउंदा है तो सतगुर ने मौत की जानकारी देती, तो फिर 1.25 लाख से 1 लड़ाने वाली घटना घटी आ। को सतनाम। मुगल तुर्क डरते हुए लड़ते आ, वो तलवार नहीं चला सकते, मरण तो डरते आ। पर सिंह फिर नेत्र बंद करके भी तलवार चलाउंदा, फिर गिनती नहीं वेखदा मूहरे किन्ने आ। लल्ला वेग दे नाल 70-80 हज़ार फौज आई आ, लख के नेड़े तेड़े आ। ते हरगोबिंद साहब जी दे नाल 1200 सिख आ। को सतनाम श्री। इस करके इधर 40 सिंह आ चमकौर की गढ़ी च, थले 10 लाख फौज आ घेरा पा के खड़ी। तो बड़ा शर्मशार होया जफरनामा पढ़ के औरंगजेब जदों कहा वो तेरी लखां की गिनती में साढ़े 40 सिंघां ने पछाड़ता। कहो सतनाम श्री। तू राज करके चंगा काम नहीं किया, ना तेनों मरना आया ना तेनों जिउना आया। वह भी मरदा मरदा बड़ा दुखी होया। गुरु सानू मरण तो पहला मरना सिखाउंदे आ। कमल विगास मन हर प्रभ लागै,
ਜੀਵਤ ਮਰੈ ਮਹਾਰਸ ਆਗੈ। ਜੇ ਇੱਥੇ ਜਿਉਂਦੇ ਮਰਨਾ ਸਿੱਖ ਲਿਆ ਤੇ ਮਰ ਕੇ ਫੇਰ ਤੁਸੀਂ ਜਿਉਂਗੇ ਤਾਂ ਫਿਰ ਉਹਦਾ ਰਸ ਹੀ ਅਲੱਗ ਹੈ। ਆਗੈ ਉਸ ਤੋਂ ਬਾਅਦ ਜੀਵਤ ਮਰੈ, ਜੇ ਤੂੰ ਜਿਉਂਦਾ ਮਰਨਾ ਸਿੱਖ ਲਿਆ ਨਾ ਫਿਰ ਮਹਾਰਸ। ਤੇ ਮਹਾਰਸ ਕਿਹੜਾ? ਦਾਨਾ ਸਿਰ ਦਾਨ, ਨਾਮਦਾਨ, ਤੇ ਨਾਮ ਦਾ ਹੀ ਮਹਾਰਸ ਹੈ। ਰਸ ਤਾਂ ਬਹੁਤ ਹੈ ਦੁਨੀਆ ਵਿੱਚ, ਖੱਟ ਰਸ 6 ਰਸ ਹੈ, ਖਾਣਿਆਂ ਦੇ ਭੋਜਨਾਂ ਦੇ 36 ਪ੍ਰਕਾਰ ਦੇ ਰਸ ਅੱਗੇ ਜਾ ਕੇ ਬਣ ਜਾਂਦੇ ਆ। 9 ਰਸ ਹੈ ਸਾਡੀ ਜ਼ਿੰਦਗੀ ਦੇ ਵਿੱਚ, ਪਰ ਨਾਮ ਦਾ ਰਸ ਹੈ ਜਿਹੜਾ ਉਹ ਮਹਾਰਸ ਹੈ। ਕਹਿੰਦੇ ਫੇਰ ਤੁਹਾਨੂੰ ਨਾਮ ਦਾ ਰਸ ਆਊਗਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲਿਆ ਸੱਚ ਸੰਜਮ ਸੂਚਾ। ਸਿੱਖਾ ਗੁਰੂ ਨੂੰ ਮਿਲ ਪਾ। ਹੁਣ ਤੁਸੀਂ ਕਹੋਗੇ ਬੈਠੇ ਤਾਂ ਹੈ ਮਿਲੇ, ਐ ਮਿਲਣਾ ਨਹੀਂ, ਅਮਰ ਦੀ ਦਾਤ ਪ੍ਰਾਪਤ ਕਰੋ, 5 ਪਿਆਰਿਆਂ ਨੂੰ ਜਾ ਕੇ ਮਿਲੋ ਨਾਲੇ। ਕਹੋ ਸਤਿਨਾਮ ਸੀ, ਇਉਂ ਮਿਲਣਾ ਹੈ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ। ਆਓ ਗੁਰੂ ਨੂੰ ਮਿਲੀਏ, ਸੱਚ ਨਾਲ ਜੁੜੀਏ, ਝੂਠ ਤੋਂ ਉੱਚੇ ਉੱਠੀਏ, ਸੰਜਮ ਸਬਰ ਸੰਤੋਖ ਉਹ ਸੱਚੇ ਸੁੱਚੇ ਪਰਮੇਸ਼ਰ ਨੂੰ ਪ੍ਰਾਪਤ ਕਰੀਏ। ਕਿਵੇਂ ਜਾਵਾਂਗੇ? ਉਹ ਤਾਂ ਕਹਿੰਦੇ ਬੜਾ ਉੱਚਾ ਹੈ। ਕਹਿੰਦੇ ਗੁਰੂ ਨੇ ਪੌੜੀ ਲਾਈ ਆ, ਪੌੜੀ ਚੜ੍ਹ ਜਾਓ। ਜਪਜੀ ਸਾਹਿਬ 40 ਪੌੜੀਆਂ ਦਾ ਇਹ ਗੁਰੂ ਨੇ ਪੌੜੀ ਬਣਾਤੀ ਪਰਮੇਸ਼ਰ ਨੂੰ ਮਿਲਣ ਵਾਸਤੇ। ਗੁਰ ਕੀ ਪੌੜੀ ਉੱਚੋ ਉੱਚਾ। ਜਿਹੜੀ ਗੁਰੂ ਨੇ ਸਾਨੂੰ ਗਿਆਨ ਦੀ ਪੌੜੀ ਦਿੱਤੀ ਆ। ਇੱਕ ਦਰਖਤ ਹੈ, ਉਹਦੀ ਟੀਸੀ ਤੇ ਫਲ ਲੱਗਿਆ, ਉਹਦੇ ਕੋਲ ਜਾਣ ਦੇ 2 ਢੰਗ ਹੈ। ਇੱਕ ਥੱਲੇ ਕੀੜੀ ਚੜ੍ਹ ਕੇ ਜਾਂਦੀ ਹੈ, ਕਈ ਵਾਰ ਡਿੱਗਦੀ ਹੈ, ਚੜ੍ਹਦੀ ਹੈ। ਇੱਕ ਪੰਛੀ ਉੱਡਦਾ ਸਿੱਧਾ ਉੱਥੇ ਪਹੁੰਚਦਾ। ਸਿੱਖ ਨੂੰ ਪੰਛੀ ਬਣਾਤਾ ਸਤਿਗੁਰ ਨੇ। ਕਹੋ ਸਤਿਨਾਮ ਸੀ। ਉਸ ਪਰਮੇਸ਼ਰ ਵਿੱਚ ਮਿਲਣ ਵਾਸਤੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਪੰਛੀ ਦੀ ਨਿਆਈ ਮਿਲਾਤਾ। ਸੰਸਾਰ ਦੇ ਵਿੱਚ ਬਹੁਤ ਸਾਰੀਆਂ ਪੌੜੀਆਂ, 8 ਯੋਗ ਹੈ। ਗੁਰਖਨਾਦ ਦੀਆਂ ਪੌੜੀਆਂ 8 ਯੋਗ ਸਤਿਗੁਰ ਨੇ ਸਹਿਜ ਯੋਗ ਦੱਸਿਆ ਸਾਨੂੰ। 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਜਨਮ ਆਖਰੀ ਡੰਡਾ ਹੈ। ਪੌੜੀ ਛੁੜਕੀ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਤੇ ਜੇ ਇਹ ਡੰਡਾ ਛੁੱਟ ਗਿਆ ਸਿਰੇ ਵਾਲਾ, ਫਿਰ ਉੱਥੋਂ ਚੱਲਾਂਗੇ ਪੱਥਰ ਯੁੱਗ ਤੋਂ, ਜਿੱਥੇ ਕਿਸੇ ਵੇਲੇ ਅਸੀਂ ਪੱਥਰ ਸੀ, ਪਹਾੜ ਸੀ, ਦਰਖਤ ਸੀ, ਫਿਰ ਉੱਥੋਂ ਚੱਲਣਾ ਪੈਣਾ ਦੁਬਾਰੇ। ਕਹੋ ਸਤਿਨਾਮ ਸੀ। ਤਾਂ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਆਖਰੀ ਪੰਕਤੀਆਂ ਵੱਲ ਚੱਲੀਏ। ਗੁਰ ਕੀ ਪੌੜੀ ਉੱਚੋ ਉੱਚਾ। ਇਹ ਗੁਰੂ ਨੇ ਜਿਹੜੀ ਪੌੜੀ ਸਾਨੂੰ ਦਿੱਤੀ ਆ ਪਰਮੇਸ਼ਰ ਨਾਲ ਮਿਲਣ ਦੀ, ਆਓ ਇਸ ਨੂੰ ਪ੍ਰਾਪਤ ਕਰੀਏ, ਗੁਰੂ ਵਾਲੇ ਬਣੀਏ। ਕਰਮ ਮਿਲੈ ਜਮ ਕਾ ਭਉ ਮੂਚਾ। ਕਰਮ, ਇੱਕ ਤੁਸੀਂ ਕਰਮ ਕੀਤਾ, ਤੜਕੇ ਇਸ਼ਨਾਨ ਕੀਤਾ, ਇਹ ਕੰਮ ਹੈ ਤੁਹਾਡਾ। ਕਰਮ ਕੀਤਾ, ਇਸ਼ਨਾਨ ਕੀਤਾ, ਤਿਆਰ ਪਰ ਤਿਆਰ ਹੋਏ ਗੁਰੂ ਘਰ ਆਏ, ਇਹ ਤੁਹਾਡਾ ਕਰਮ ਹੈ। ਦੂਜੇ ਕਰਮ ਦਾ ਅਰਥ ਹੈ ਕਿਰਪਾ। ਗੁਰੂ ਨੇ ਜਦ ਕਿਰਪਾ ਕੀਤੀ। ਕਰਮ ਮਿਲੇ ਜਮ ਕਾ ਭਉ ਮੂਚਾ, ਮਰੋੜ ਕੇ ਤੋੜਤਾ। ਜਿਵੇਂ ਹਰਗੋਬਿੰਦ ਸਾਹਿਬ ਨੇ 52 ਰਾਜਿਆਂ ਦਾ ਮੌਤ ਦਾ ਡਰ ਖਤਮ ਕਰਤਾ ਤੇ ਬਾਹਰ ਕੱਢ ਲਿਆਂਦੇ, ਬੇੜੀਆਂ ਤੋੜਤੀਆਂ ਉਹਨਾਂ ਦੀਆਂ। ਕਹੋ ਸਤਿਨਾਮ ਸ੍ਰੀ। ਮੂਚਾ ਹੁੰਦਾ ਮੋਚ ਕੇ ਤੋੜ ਦੇਣਾ, ਮਰੋੜ ਕੇ ਤੋੜ ਦੇਣਾ। ਗੁਰੂ ਨੇ ਕਿਰਪਾ ਕੀਤੀ। ਕਰਮ ਮਿਲੇ, ਕੁਝ ਸਾਡੇ ਭਾਗ ਹੈ। ਕਰਮ ਦਾ ਦੂਜਾ ਅਰਥ ਸਾਡੇ ਭਾਗ। ਭਾਗ ਹਿੱਸਾ, ਤੇ ਹਿੱਸਾ ਉਹੀ ਮਿਲੂਗਾ ਜਿਹੜਾ ਬੀਜਿਆ। ਕਹੋ ਸਤਿਨਾਮ ਸ੍ਰੀ। 4 ਭਰਾ ਹੈ ਤੇ ਜ਼ਮੀਨ ਦਾ ਹਿੱਸਾ ਚੌਥਾ ਚੌਥਾ ਆਊਗਾ, 2 ਅਤੇ ਅੱਧੋ ਅੱਧ ਹੋ ਜੂਗੀ, ਇਕੱਲਾ ਤੇ ਇਕੱਲੇ ਦੀ ਹੈ। ਇੱਥੇ ਕਰਮ ਦਾ ਤੀਸਰਾ ਅਰਥ ਹੈ ਕੀਤੇ ਹੋਏ ਕਰਮ ਦਾ ਫਲ। ਕਹੋ ਸਤਿਨਾਮ ਸ੍ਰੀ। ਕਰਮ ਮਿਲੇ, ਚੰਗੇ ਭਾਗ ਹੋਣ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਜਦ ਬੀਜੇ ਹੋਏ ਕਰਮ ਦਾ ਫਲ ਉਗਰਿਆ। ਭੇਟਿਓ ਪੁਰਖ ਰਸਕ ਬੈਰਾਗੀ, ਤਾਂ ਪਰਮੇਸ਼ਰ ਦਾ ਪਿਆਰਾ ਰਸੀਆ ਗੁਰੂ ਮਿਲ ਗਿਆ, ਬ੍ਰਹਮ ਗਿਆਨੀ ਮਿਲ ਗਿਆ, ਰੱਬ ਦਾ ਪਿਆਰਾ ਮਿਲ ਗਿਆ। ਕਰਮ ਮਿਲੇ ਜਮ ਕਾ ਭਉ ਮੂਚਾ। ਇਹ ਤਿੰਨੇ ਕਰਮਾਂ ਨੇ ਮਿਲਾ ਕੇ ਗੁਰੂ ਦੇ ਨਜ਼ਰ ਨੇ, ਕਿਰਪਾ ਨੇ, ਮੇਰੇ ਭਾਗਾਂ ਨੇ, ਮਿਹਨਤ। ਪਾਤਸ਼ਾਹ ਜੀ ਕਹਿੰਦੇ ਮਨੁੱਖ ਮਿਹਨਤ ਕਰੇ ਤੇ ਮਦਦ ਪਰਮੇਸ਼ਰ ਕਰਦਾ। ਹਿੰਮਤੇ ਮਰਦਾ ਮਦਦ ਦੇ ਖੁਦਾ। ਪਰਮੇਸ਼ਰ ਉਹਦੀ ਮਦਦ ਕਰਦਾ ਜਿਹੜਾ ਖੁਦ ਵੀ ਕੁਛ ਕਰੇ। ਇਕੱਲੇ ਆਲਸੀ ਬਣ ਕੇ ਨਹੀਂ ਗੱਲ ਬਣਨੀ, ਕੁਛ ਕਰਨਾ ਵੀ ਪਊਗਾ। ਤੁਸੀਂ ਕਰਮ ਕਰਦੇ ਹੋ, ਨਿਤਨੇਮ ਦਾ, ਗੁਰੂ ਘਰ ਆਉਣ ਦਾ, ਮੱਥਾ ਟੇਕਣ ਦਾ, ਆਪਣੀ 10 ਨੌਹਾਂ ਦੀ ਕਿਰਤ ਕਰਨ ਦਾ, ਉਹਦਾ ਫਲ ਜ਼ਰੂਰ ਮਿਲੇਗਾ। ਕਹੋ ਸਤਿਨਾਮ ਸ੍ਰੀ।
ਕਰਮ ਮਿਲਿਆ ਜਮ ਕਾ ਭਾਉ ਮੂਚਾ, ਸਤਿਗੁਰ ਨੇ ਜਮਾ ਦਾ ਡਰ ਹੀ ਮਰੋੜ ਕੇ ਤੋੜ ਦਿੱਤਾ। ਗੁਰ ਮਿਲਿਆ ਮਿਲ ਅੰਕ ਸਮਾਇਆ, ਗਲੇ ਲਾ ਲਿਆ, ਗਲੇ ਲਾ ਲਿਆ, ਮੈਨੂੰ ਆਪਣੇ ਵਿੱਚ ਮਿਲਾ ਲਿਆ। ਜਦੋਂ ਮੈਨੂੰ ਗੁਰੂ ਮਿਲਿਆ ਤੇ ਮਿਲ ਕੇ ਗੁਰੂ ਨੇ ਮੈਨੂੰ ਗਲੇ ਲਾ ਲਿਆ, ਆਪਦਾ ਬਣਾ ਲਿਆ, ਮੈਨੂੰ ਅੰਗੀਕਾਰ ਕਰ ਲਿਆ। ਅੰਗੀਕਾਰ ਉਹ ਕਰੇ ਤੇਰਾ ਕਾਰ, ਸਭ ਸਵਾਰਨਾ, ਅੰਗੀਕਾਰ ਆਪਦਾ ਬਣਾ ਲੈਣਾ। ਅੱਜ ਕੱਲ੍ਹ ਦਾ ਸ਼ਬਦ ਹੈ ਗੋਦ ਲੈ ਲੈਣਾ ਕਿਸੇ ਬੱਚੇ ਨੂੰ, ਕੋ ਸਤਿਗੁਰੂ ਨੇ ਮੈਨੂੰ ਆਪਦਾ ਬਣਾ ਲਿਆ। ਵਾਹਣੀ ਬੁਲਾਏ ਮਾਲਕਾ, ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲੈ, ਆਪਦਾ ਬਣਾ ਲੈ। ਪ੍ਰਭ ਮੋਏ ਕਬ ਗੱਲ ਲਾਵੋਗੇ, ਹਾਂ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗੱਲ ਲਾਓਗੇ। ਕਿਹਾ ਕਰੋ ਬੇਨਤੀਆਂ, ਇੱਦਾਂ ਕਰਿਆ ਕਰੋ ਨਾ। ਆ ਬੇਨਤੀਆਂ ਕਰਨ ਦੀ ਜਾਚ ਸਿਖਾਈ ਆ ਪਾਤਸ਼ਾਹ ਨੇ ਬਾਣੀ 'ਚ। ਗੁਰ ਮਿਲਿਆ ਮਿਲ ਅੰਕ ਸਮਾਇਆ, ਤੇ ਫਿਰ ਕੀ ਕੀਤਾ ਗੁਰੂ ਨੇ ਪਤਾ? ਕਹਿੰਦੇ ਆ ਤੇਰਾ ਘਰ ਹੈ, ਇੱਥੇ ਖੜ ਜਾ। ਕਹੋ ਸਤਨਾਮ ਸੀ। ਉਹ ਘਰ ਬਾਹਰ ਨਹੀਂ ਕੋਈ ਇੱਟਾਂ ਦਾ, ਉਹ ਤੁਹਾਡੇ ਸਰੀਰ ਦਾ ਇੱਕ ਪੁਆਇੰਟ ਹੈ। ਜਿਸ ਪੁਆਇੰਟ ਤੋਂ ਸਾਡੀ ਨਜ਼ਰ ਪੱਟੀ ਗਈ ਤੇ ਗੁਰੂ ਦੁਬਾਰੇ ਨਜ਼ਰ ਉੱਥੇ ਜੋੜਦਾ। ਇਹਨੂੰ ਕਹਿੰਦੇ ਆ ਟੂਟੀ ਗੰਢਨਹਾਰ ਗੋਪਾਲ। ਕਹੋ ਸਤਨਾਮ ਸ੍ਰੀ। ਬਸ ਉਹਦੇ ਟੁੱਟੀ ਜਿੱਦੇ ਜਨਮ ਹੋਇਆ। ਬਸ 100 ਸਾਲ ਦਾ ਹੋ ਕੇ ਮਰ ਗਿਆ, ਪਰ ਗੁਰੂ ਕੋਲ ਆ ਕੇ ਦੁਬਾਰਾ ਜੜਵਾਈ ਨਹੀਂ। ਕਹੋ ਸਤਨਾਮ ਸ੍ਰੀ। ਕਰ ਕਿਰਪਾ ਘਰ ਮਹਿਲ ਦਿਖਾਇਆ, ਤੇ ਗੁਰੂ ਨੇ ਮੈਨੂੰ ਮੇਰਾ ਸੱਚਖੰਡ ਰੂਪੀ ਮਹਿਲ, ਮੇਰਾ ਘਰ ਵਿਖਾਤਾ। ਕਹਿੰਦੇ ਸਿੱਖਾ ਇੱਥੇ ਖੜ ਜਾ। ਜਦੋਂ ਇੱਥੇ ਖੜ ਗਿਆ, ਇੱਥੇ ਮੌਤ ਪਊਗੀ, ਮੌਤ ਇੱਥੇ ਆਊਗੀ, ਤੈਨੂੰ ਮੌਤ ਦੇ ਆਉਣ ਦਾ ਪਤਾ ਲੱਗੂ, ਕਿਉਂਕਿ ਮੌਤ ਇੱਥੇ ਹੀ ਝਟਕਾ ਮਾਰਦੀ ਹੈ, ਸਵਾਸਾਂ ਨੂੰ ਤੋੜਦੀ ਹੈ। ਕਹੋ ਸਤਨਾਮ ਸ੍ਰੀ। ਤੂੰ ਇੱਥੇ ਨਿਗਾਹ ਰੱਖੀ, ਇੱਥੇ ਪਹਿਰਾ ਦੇ, ਇੱਥੇ ਤੈਨੂੰ ਮੌਤ ਪਊਗੀ ਆ ਕੇ, ਪਰ ਮੌਤ ਤੈਨੂੰ ਆਊਗੀ ਜ਼ਰੂਰ, ਸਰੀਰ ਛੱਡੇਗਾ, ਪਰ ਇੱਥੋਂ ਤੈਨੂੰ ਜਮ ਹੋਰੀ ਨਹੀਂ ਲੈ ਕੇ ਜਾਣਗੇ, ਪਰਮੇਸ਼ਰ ਵੱਲ ਜਾਏਗਾ। ਕਹੋ ਸਤਨਾਮ ਸ੍ਰੀ। ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ। 5 ਵਿਕਾਰਾਂ ਦਾ ਖਾਤਮਾ ਕਰਕੇ ਮੈਨੂੰ ਗੁਰੂ ਨੇ ਆਪਦੇ ਵਿੱਚ ਮਿਲਾ ਲਿਆ। ਇਸੇ ਪਵਿੱਤਰ ਸ਼ਬਦ ਦੇ ਵਿਚਾਰ ਜੋ ਸੰਖੇਪ ਦੇ ਵਿੱਚ ਆਪਾਂ ਨੇ ਸਰਵਣ ਕੀਤੀ। ਅਗਲਾ ਸ਼ਬਦ ਇਸੇ ਵਿਸ਼ੇ ਤੇ ਪਾਤਸ਼ਾਹ ਸਰਵਣ ਕਰਦੇ ਆ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਹਿ ਮੇਟੈ ਕੋਏ, ਕਿਆ ਜਾਣਾ ਕਿਆ ਆਗਿਆ ਹੋਏ। ਹੁਣ ਅੱਗੇ ਸਵਾਲ ਪੈਦਾ ਹੋ ਗਿਆ ਸੰਗਤਾਂ ਦਾ ਵੀ ਮਹਾਰਾਜ ਮੌਤ ਤੋਂ ਬਾਅਦ ਅੱਗੇ ਕੀ ਹੁੰਦਾ, ਇਹ ਵੀ ਦੱਸ ਦਿਓ। ਇਹ ਕਿਵੇਂ ਦੱਸਦੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।